ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ। ਸੋ ਅੱਜ ਅਸੀਂ ਚਰਚਾ ਕਰਾਂਗੇ ਸਾਬਕਾ ਡੀਜੀਪੀ ਸਮੇਧ ਸੈਣੀ ਦੇ ਉੱਤੇ ਜਿਹੜਾ ਇੱਕ ਕੇਸ ਚੱਲਿਆ ਕੋਰਟ ਦੇ ਵਿੱਚ। ਉਹਦੇ ਵਿੱਚ ਗ੍ਰਿਫਤਾਰੀ ਤੋਂ ਬਚਣ ਵਾਸਤੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਤੇ ਬਾਅਦ ਦੇ ਵਿੱਚ ਬੇਲ ਜਿਹੜੀ ਆ ਉਹ ਵੀ ਉਹਨਾਂ ਨੂੰ ਮਿਲ ਗਈ। ਸੋ ਮੇਰੇ ਨਾਲ ਇਸ ਵੇਲੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਗੈਸਟ ਨੇ ਉਹ ਸਮੁੱਚਾ ਜਿਹੜਾ ਇਹ ਕੇਸ ਸੀਗਾ ਉਹਦੇ ਉੱਤੇ ਚਾਨਣਾ ਪਾਉਣਗੇ, ਕਿਉਂਕਿ ਇਹ ਬਲਵੰਤ ਸਿੰਘ ਮਲਤਾਨੀ ਹੋਰਾਂ ਦੇ ਨਾਲ ਸੰਬੰਧਿਤ ਕੇਸ ਆ, ਜਿਨ੍ਹਾਂ ਦੀ ਸਮੇਧ ਸੈਣੀ ਦੇ ਵੱਲੋਂ ਜਿਨ੍ਹਾਂ ਦੇ ਉੱਤੇ ਤਸ਼ੱਦਦ ਕਰਕੇ ਤੇ ਮੌਤ ਦੇ ਘਾਟ ਉਹਨਾਂ ਨੂੰ ਉਤਾਰ ਦਿੱਤਾ ਗਿਆ। ਮੇਰੇ ਨਾਲ ਨੇ ਸਰਦਾਰ ਹਰਜੋਤ ਸਿੰਘ ਸੰਧੂ, ਜਿਹੜੇ ਕਿ ਅਕਾਲੀ ਦਲ ਦਿੱਲੀ ਤੋਂ ਪੰਜਾਬ ਦੇ ਯੂਥ ਆਗੂ ਨੇ। ਉਹਨਾਂ ਨਾਲ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ। ਗੱਲਬਾਤ ਸ਼ੁਰੂ ਕਰਦੇ ਹਾਂ ਤੇ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਸਮੇਧ ਸੈਣੀ ਦੀ ਗੱਲ ਕਰੀਏ, ਜਿਹਨੂੰ ਜਦੋਂ ਡੀਜੀਪੀ ਲਾਇਆ ਗਿਆ ਸੀ ਉਦੋਂ ਵੀ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਐਵੇਂ ਦੀਆਂ ਸਟੇਟਮੈਂਟਸ ਜਿਹੜੀਆਂ ਆ ਉਹ ਦੇਖਣ ਨੂੰ ਮਿਲੀਆਂ ਸੀਗੀਆਂ ਕਿ ਇਹਨੇ ਨੌਜਵਾਨੀ ਦਾ ਵੀ ਘਾਣ ਕੀਤਾ ਆ। ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਵੀ ਉਹਦਾ ਨਾਮ ਜਿਹੜਾ ਆ ਉਹ ਆਉਂਦਾ ਆ। ਤੇ ਇਸ ਦੇ ਇਲਾਵਾ ਸਮੇਧ ਸੈਣੀ ਜਿਹੜਾ ਆ ਉਹਨੇ ਪੰਜਾਬ ਦੇ ਨੌਜਵਾਨਾਂ ਦਾ ਘਾਣ ਕੀਤਾ ਤੇ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਵੀ ਕੀਤਾ। ਤੇ ਬਲਵੰਤ ਸਿੰਘ ਮੁਲਤਾਨੀ ਵਾਲੇ ਕੇਸ ਦੀ ਗੱਲ ਕਰੀਏ ਤਾਂ ਤੁਹਾਡਾ ਪਹਿਲਾ ਪ੍ਰਤੀਕਰਮ ਜਿਹੜਾ ਇਸ ਤੇ ਉੱਤੇ ਕੀ ਹੈਗਾ ਆ? ਸਗਿਲ ਸਾਹਿਬ, ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਥੋੜਾ ਜਿਹਾ ਇਸ ਕੇਸ ਦੀ ਬੈਕਗਰਾਉਂਡ 'ਚ ਜਾਣਾ ਚਾਹਾਂਗਾ ਜੀ, ਜੋ ਸੰਗਤ ਨੂੰ ਦੱਸਣੀ ਬਹੁਤ ਜ਼ਰੂਰੀ ਹੈ। ਬਿਲਕੁਲ। ਇਹ ਕੇਸ ਦੀ ਸ਼ੁਰੂਆਤ ਹੁੰਦੀ ਹੈ ਜੀ ਅਗਸਤ 1991 ਦੇ ਵਿੱਚ ਜੀ, ਜਦੋਂ ਇਹ ਬਲਾਸਟ ਹੁੰਦਾ। ਤੇ ਦਸੰਬਰ 1991 ਦੇ ਵਿੱਚ ਇਹਨਾਂ ਨੂੰ 7 ਫੇਸ ਮੋਹਾਲੀ ਤੋਂ ਸਰਦਾਰ ਬਲਵੰਤ ਸਿੰਘ ਮੁਲਤਾਨੀ ਨੂੰ ਸੈਣੀ ਦੀ ਟੀਮ ਚੁੱਕ ਕੇ ਲਿਆਉਂਦੀ ਹੈ ਜੀ। ਸਰਦਾਰ ਬਲਵੰਤ ਸਿੰਘ ਮੁਲਤਾਨੀ ਕੌਣ ਸਨ? ਬਲਵੰਤ ਸਿੰਘ ਮੁਲਤਾਨੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਦੇ ਕਲਾਸ ਫੈਲੋ ਸਨ। ਲੁਧਿਆਣੇ ਕਾਲਜ ਇਕੱਠੇ ਪੜ੍ਹੇ ਸਨ। ਜੀ। ਜਦੋਂ ਇਹਨਾਂ ਨੂੰ ਚੁੱਕ ਕੇ ਜਿਹੜਾ ਹੈ ਉਹ ਚੰਡੀਗੜ੍ਹ ਲਿਆਂਦਾ ਗਿਆ ਸੈਣੀ ਦੀ ਟੀਮ ਵੱਲੋਂ ਜੀ, ਤੇ ਇਹਨਾਂ ਕੋਲ ਪੁੱਛ ਗਿੱਛ ਕੀਤੀ ਗਈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਵੱਲੋਂ ਵੀ ਉਹ ਕਿੱਥੇ ਨੇ। ਅਸਲ ਦੇ ਵਿੱਚ ਉਹਨਾਂ ਨੂੰ ਪਤਾ ਵੀ ਨਹੀਂ ਸੀ। ਤੇ ਉਹਨਾਂ ਨੇ ਜਦੋਂ ਕੁਝ ਨਾ ਦੱਸਿਆ ਤੇ ਉਹਦੇ ਉੱਤੇ ਬੜਾ, ਜਿਹਨੂੰ ਆਪਾਂ ਕਹਿ ਲਈਏ ਕਿ ਅਣਮਨੁੱਖੀ ਤਸ਼ੱਦਦ ਕੀਤਾ ਜੀ। ਤੇ ਉਸ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਚੁੱਕ ਕੇ ਕਾਦੀਆਂ ਪੁਲਿਸ ਸਟੇਸ਼ਨ ਦੇ ਵਿੱਚ ਸੰਧੂ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਬਲਵੰਤ ਸਿੰਘ ਮੁਲਤਾਨੀ ਨੂੰ ਚੁੱਕਿਆ ਗਿਆ ਤੇ ਜਿਵੇਂ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕਲਾਸਮੇਟ ਵੀ ਸੀਗੇ ਤੇ ਨਾਲ ਦੀ ਨਾਲ ਉਹਨਾਂ ਦੇ ਜਿਹੜਾ ਮੈਂ ਰਿਪੋਰਟ ਪੜ੍ਹੀ ਹੈ ਕਿ ਉਹਨਾਂ ਦੇ ਪਿਤਾ ਜੀ ਜਿਹੜੇ ਸੀਗੇ ਉਹ ਵੀ IAS ਆਫੀਸਰ ਸੀਗੇ, ਉਸ ਵੇਲੇ ਮੌਜੂਦਾ ਜੌਬ ਕਰਦੇ ਪਏ ਸੀਗੇ। ਤੇ ਇੱਕ SSP ਦੇ ਵੱਲੋਂ ਇੱਕ IAS ਦੇ ਬੇਟੇ ਨੂੰ ਚੱਕ ਲੈਣਾ ਇਸ ਤਰੀਕੇ ਦੇ ਨਾਲ ਇਹ ਦਰਸਾਉਂਦਾ ਹੈ ਕਿ ਕਿਤੇ ਨਾ ਕਿਤੇ ਪਿੱਛੇ ਸਿਆਸੀ ਤੌਰ ਦੇ ਉੱਤੇ ਵੀ ਵੱਡੇ ਪੱਧਰ 'ਤੇ ਥਾਪੜਾ ਸੀਗਾ। ਸਰਦਾਰ ਜੀ, ਗੱਲ ਇੱਦਾਂ ਹੈ ਕਿ ਅਸਲ ਦੇ ਵਿੱਚ IAS ਤੇ ਆਲਰੇਡੀ ਇਹਦੇ ਤੋਂ ਵੱਡੇ ਹੀ ਸਨ ਡੈਜ਼ਿਗਨੇਸ਼ਨ ਵਾਈਜ਼, ਪਰ ਇਹਦੇ ਉੱਤੇ ਹੋਮ ਮਿਨਿਸਟਰ ਵੱਲੋਂ ਵੀ ਜੀ, ਹੋਮ ਮਿਨਿਸਟਰੀ ਤੋਂ ਵੀ ਤੇ ਪੰਜਾਬ ਗੌਰਮੈਂਟ ਦਾ ਵੀ ਬੜਾ ਤਗੜਾ ਥਾਪੜਾ ਸੀ ਜੀ। ਸਰਦਾਰ ਜਿਹੜਾ ਆ ਉਹ ਬਲਵੰਤ ਸਿੰਘ ਮੁਲਤਾਨੀ ਹੋਣਾ ਤੋਂ ਵੱਧ ਇਹਨੂੰ ਕਰਦੇ ਸੀਗੇ ਸੈਣੀ ਨੂੰ ਜੀ। ਸੋ ਇਸ ਕਰਕੇ ਉਹ ਜਦੋਂ ਸਰਕਾਰ ਦਾ ਮਤਲਬ ਕਹਿ ਲਓ ਕਿ ਹੱਲਾਸ਼ੇਰੀ ਹੁੰਦੀ ਹੈ ਸਰਕਾਰ ਵੱਲੋਂ, ਫਿਰ ਬੰਦਾ ਆਪਣੀਆਂ ਪਾਵਰਸ ਨੂੰ ਮਿਸਯੂਜ਼ ਕਰਦਾ ਹੈ। ਜੋ ਸੈਣੀ ਨੇ ਕੀਤੀਆਂ ਨੇ, ਪਾਵਰਸ ਨੂੰ ਮਿਸਯੂਜ਼ ਕੀਤਾ ਇਹਨਾਂ ਨੇ ਜੀ, ਅਣਮਨੁੱਖੀ ਤਸ਼ੱਦਦ ਕੀਤਾ। ਉਸ ਤੋਂ ਬਾਅਦ ਜਦੋਂ ਨਾ ਦੱਸਣ ਤੋਂ ਬਾਅਦ ਕਿ ਜਦੋਂ ਉਹਨਾਂ ਨੇ ਕੋਈ ਦੱਸਿਆ ਨਹੀਂ ਮੁਲਤਾਨੀ ਕੋਲੋਂ, ਸਰਦਾਰ ਬਲਵੰਤ ਸਿੰਘ ਮੁਲਤਾਨੀ ਹੋਣਾ ਕੋਲ ਕੁਝ ਨਾ ਇਹਨਾਂ ਕੋਲੋਂ ਕੋਈ ਇਨਫੋਰਮੇਸ਼ਨ ਕਲੈਕਟ ਹੋ ਪਾਈ, ਫਿਰ ਇਹਨਾਂ ਨੇ ਪ੍ਰੋਫੈਸਰ ਸਾਹਿਬ ਦੇ ਫਾਦਰ ਸਾਹਿਬ ਨੂੰ ਤੇ ਮਾਸਟਰ ਜੀ ਨੂੰ ਚੁੱਕ ਕੇ ਲੈਣ ਤਾ ਹਾਂਜੀ। ਸੋ ਇਹਨਾਂ ਬਾਅਦ 'ਚ ਇਹਨਾਂ ਦਾ ਇਨਕਾਊਂਟਰ ਕੀਤਾ। ਇਹ ਸਿਰਫ ਇੱਕ ਕੇਸ ਨਹੀਂ ਗਾ ਜੀ, ਅੱਜ ਸਿਰਫ ਇੱਕ ਕੇਸ ਨਿਕਲਿਆ ਹੈ ਕੌਮ ਦੇ ਸਾਹਮਣੇ ਜੀ, ਤੇ ਸਾਰੀ ਕੌਮ ਧਾਹਾਂ ਮਾਰ ਕੇ ਬਾਦਲਾਂ ਦੇ ਤੇ ਸਾਰੇ ਸਿਸਟਮ ਦੇ ਖਿਲਾਫ ਹੋ ਗਈ ਹੈ। ਸਿਰਫ ਇੱਕ ਕੇਸ ਜੀ, ਇੰਨੇ ਕੇਸ ਨੇ ਜੇ ਸਿਰਫ ਤੇ ਸਿਰਫ ਸਿੱਖ ਕਮਿਊਨਿਟੀਆਂ ਜਿਹੜੀਆਂ ਸਾਡੇ ਹੱਕ ਦੀ ਗੱਲ ਕਰਨ, ਮੈਂ SGPC ਦੀ ਗੱਲ ਨਹੀਂ ਕਰਦਾ। ਵੇਖੋ ਅੱਜ ਜਥੇਦਾਰ ਸਾਹਿਬ ਹੋਣਾ ਨੇ ਬਿਲਕੁਲ ਕੋਈ ਬਿਆਨ ਨਹੀਂ, ਅਕਾਲੀ ਦਲ ਦੇ ਪ੍ਰਧਾਨ ਦਾ ਕੋਈ ਬਿਆਨ ਨਹੀਂ, ਸਰਦਾਰ ਮਜੀਠੀਆ ਰੋਜ਼ ਨਵੇਂ ਚੈਨਲਾਂ ਦੇ ਉੱਤੇ ਬਿਆਨ ਆਉਂਦੇ, ਇਹਨਾਂ ਦਾ ਅੱਜ ਇਸ ਉਹਦੇ ਉੱਪਰ ਕੋਈ ਬਿਆਨ ਨਹੀਂ ਜੀ। ਹਾਂਜੀ,
ਵੱਡੇ ਬਾਦਲ ਸਾਹਿਬ ਜਿਹੜੇ ਕਹਿ ਲਓ ਕਿ 20 ਸਾਲ ਐਜ਼ ਐਨ ਗਵਰਨੈਂਸ ਇਹਨਾਂ ਨੇ ਰਾਜ ਕੀਤਾ, ਉਹਦਾ ਕੋਈ ਬਿਆਨ ਨਹੀਂ। ਸਿੱਧਾ ਸਿੱਧਾ ਨਿਸ਼ਾਨਾ ਉਹਨਾਂ ਦੇ ਉੱਤੇ ਜਾ ਰਿਹਾ, ਕੋਈ ਬਿਆਨ ਨਹੀਂ। ਸੋ ਸਿਰਫ ਤੇ ਸਿਰਫ ਇੱਕ ਬਿਆਨ ਆਇਆ ਅਜੇ, ਜਿਹੜਾ ਇਹ ਮਤਲਬ ਕਿ ਸੈਣੀ ਦਾ ਤੇ ਬਾਦਲ ਪਰਿਵਾਰ ਦਾ ਨੈਕਸਸ। ਬਿਲਕੁਲ ਠੀਕ ਹੈ ਜੀ। ਅਜੇ ਘੱਟੋ ਘੱਟ ਆਫਟਰ ਲੋਕਡਾਊਨ ਮੈਂ ਕੋਸ਼ਿਸ਼ ਕਰਾਂਗੇ, ਉਸ ਤੋਂ ਬਾਅਦ ਇੱਕ ਮੈਂ ਪ੍ਰੋਪਰ ਡਾਟਾ ਕਲੈਕਟ ਕਰਕੇ ਤੁਹਾਡੇ ਨਾਲ ਇੱਕ ਪ੍ਰੋਗਰਾਮ ਫੇਅਰ ਕਰਾਂਗਾ। ਜੀ ਮੋਰ ਦੈਨ 40 to 50 ਕੇਸਿਸ ਇਦਾਂ ਦੇ ਨੇ ਜਿਹੜੇ ਸਾਡੇ ਸਿੱਖਾਂ ਦੇ ਖਿਲਾਫ ਲੜੇ ਨੇ ਬਾਦਲ ਸਾਹਿਬ ਨੇ। ਜੀ ਸਿੱਖਾਂ ਦੇ ਖਿਲਾਫ। ਬਿਲਕੁਲ। ਜਿਹੜੇ ਵਕੀਲ ਆ ਉਹ ਵੀ ਵੱਖ-ਵੱਖ ਕੇਸਾਂ ਦੇ ਵਿੱਚ ਜਿਹੜੇ ਆ ਉਹ ਭੁਗਤਦੇ ਰਹੇ ਆ, ਤੇ ਬਾਦਲ ਸਾਹਿਬ ਜਿਹੜੇ ਆ ਤੇ ਇਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਸੰਬੰਧ ਜਿਹੜੇ ਸੀਗੇ ਉਹ ਪਹਿਲਾਂ ਵੀ ਜ਼ਿਕਰ ਹੋਇਆ ਸੀਗਾ ਕਿ KPS ਗਿੱਲ ਦੇ ਨਾਲ ਵੀ ਅੰਦਰ ਖਾਤੇ ਮਿਲਦੇ ਰਹੇ ਆ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਨੌਜਵਾਨ ਕੋਈ ਪੁਲਿਸ ਮੁਕਾਬਲੇ 'ਚ ਸ਼ਹੀਦ ਹੁੰਦਾ ਸੀ ਉਹਦੇ ਭੋਗ ਤੇ ਵੀ ਚਲੇ ਜਾਂਦੇ ਸੀਗੇ। ਮੈਂ ਦੱਸਣ ਲੱਗਾ ਜੀ, KPS ਗਿੱਲ ਦੀ ਇੱਕ ਕਿਤਾਬ ਆ, ਮੈਨੂੰ ਪਤਾ ਹੁੰਦਾ ਤਾਂ ਮੈਂ ਤੁਹਾਨੂੰ ਲੈ ਕੇ ਆਉਂਦਾ ਉਹ ਪੇਪਰ ਦੀ ਉਹਦੀ ਪੇਜ ਦੀ ਕਟਿੰਗ। KPS ਗਿੱਲ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਸਰਦਾਰ ਬਾਦਲ ਸਵੇਰੇ ਸਿੰਘਾਂ ਦੇ ਭੋਗ ਤੇ ਜਾਂਦੇ ਸੀ, ਸ਼ਾਮ ਨੂੰ ਅਸੀਂ ਡਿਨਰ ਇਕੱਠਿਆਂ ਕਰਦੇ ਸੀ ਤੇ ਕਹਿੰਦੇ ਹੁੰਦੇ ਸੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਇਹ ਉਹਨੇ ਆਪਣੀ ਕਿਤਾਬ 'ਚ ਲਿਖਿਆ ਹੈ ਜੀ। ਔਰ ਤੁਸੀਂ ਜਿਹੜੇ ਵਕੀਲ ਦੀ ਗੱਲ ਕੀਤੀ ਹੈ ਨਾ, ਸਿਰਫ ਇੱਕ ਕੇਸ ਅੱਗੇ ਆਇਆ ਹੈ। ਅਸਲ ਦੇ ਵਿੱਚ ਕੌਮ ਦੇ ਅੱਗੇ ਬਾਦਲਾਂ ਦਾ ਸੱਚ ਆਇਆ। ਇਹਦਾ ਇਹ ਮਤਲਬ ਨਹੀਂ ਗਾ ਕਿ ਉਹਨੇ ਕੇਸ ਛੱਡ ਦਿੱਤਾ ਤੇ ਕੌਮ ਦੀ ਨਿਗਾਹ ਚੰਗਾ ਹੋ ਗਿਆ। ਇਹ ਸਿਰਫ ਇੱਕ ਕੇਸ ਆਇਆ ਹੈ। ਸੁੱਚਾ ਸਿੰਘ ਲੰਗਾਹ ਦਾ ਕੇਸ ਇਹਨੇ ਲੜਿਆ, ਬੀਬੀ ਜਗੀਰ ਕੌਰ ਦਾ ਕੇਸ ਇਹਨੇ ਲੜਿਆ। ਕਿੰਨੇ ਕੇਸ ਨੇ। ਸਤਨਾਮ ਸਿੰਘ ਕਲੇਰ ਨੇ। ਹਾਂ, ਸਤਨਾਮ ਸਿੰਘ ਕਲੇਰ ਨੇ। ਇਹਦਾ ਬੇਟਾ ਅਰਸ਼ਦੀਪ ਸਿੰਘ ਕਲੇਰ ਅਕਾਲੀ ਦਲ ਬਾਦਲ ਦਾ ਮੁੱਖ ਸਪੋਕਸਮੈਨ ਆ ਜੀ। ਸਤਨਾਮ ਸਿੰਘ ਕਲੇਰ ਦਾ ਬੇਟਾ ਅਰਸ਼ਦੀਪ ਸਿੰਘ ਕਲੇਰ ਅਕਾਲੀ ਦਲ ਬਾਦਲ ਦਾ ਸਪੋਕਸਮੈਨ ਆ। ਬਿਲਕੁਲ। ਬਲਵੰਤ ਸਿੰਘ ਮਲਤਾਨੀ ਦੇ ਮਾਮਲੇ ਦੇ ਉੱਤੇ ਮੈਂ ਥੋੜ੍ਹਾ ਜਿਹਾ ਜਿਹੜਾ ਆ ਉਹ ਜ਼ਿਆਦਾ ਫੋਕਸ ਕਰਨਾ ਚਾਹੂੰਗਾ ਕਿ ਬਲਵੰਤ ਸਿੰਘ ਮਲਤਾਨੀ ਨੂੰ ਜਿਵੇਂ ਤੁਸੀਂ ਦੱਸਿਆ ਕਿ ਚੁੱਕਿਆ ਗਿਆ, ਉਸਨੂੰ ਜਿਹੜਾ ਆ ਉਹ ਸ਼ਹੀਦ ਕੀਤਾ ਗਿਆ, ਤੇ ਉਹਨਾਂ ਦੇ ਪਿਤਾ ਜੀ ਨੇ ਲਗਾਤਾਰ ਇਹ ਕੇਸ ਜਿਹੜਾ ਆ ਉਹ ਲੜਦੇ ਆਏ। 2007 ਦੇ ਵਿੱਚ ਇਹ ਮਾਮਲਾ ਜਿਹੜਾ ਰਜਿਸਟਰਡ ਹੋਇਆ ਸੀਗਾ, ਤੇ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਕੇਸ ਜਿਹੜਾ ਇਹ ਚੱਲਿਆ, ਤੇ ਹੁਣ ਇਸ ਕੇਸ ਦੀ ਜਿਹੜੀ ਆ ਉਹ ਪੈਰਵਾਈ ਹੋਈ ਜਦੋਂ, ਤਾਂ ਇਹ ਕੇਸ ਦੇ ਵਿੱਚ ਜਿਹੜਾ ਆ ਉਹ ਗ੍ਰਿਫਤਾਰੀ ਤੇ ਡਰ ਤੋਂ ਸੁਮੇਧ ਸੈਣੀ ਨੇ ਪਹਿਲਾਂ ਹਿਮਾਚਲ ਜਾਣ ਦੀ ਕੋਸ਼ਿਸ਼ ਕੀਤੀ, ਫਿਰ ਦਿੱਲੀ ਜਿਹੜਾ ਆ ਉਹ ਪਹੁੰਚਿਆ, ਤੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਕਿਵੇਂ ਵੀ ਹੋਇਆ ਜਿਹੜੀ ਉਹਨੂੰ ਬੇਲ ਵੀ ਮਿਲੀ। ਉਹ ਵੀ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਇੰਨਾ ਲੰਮਾ ਸਮਾਂ ਜਿਹੜਾ ਆ ਉਹ ਕੇਸ ਚੱਲਦਾ ਰਿਹਾ, ਪਰਿਵਾਰ ਨੂੰ ਇਨਸਾਫ ਜਿਹੜਾ ਉਹ ਅਜੇ ਵੀ ਨਹੀਂ ਮਿਲਿਆ। ਵੇਖੋ ਜੀ, ਮੈਂ ਤੁਹਾਡੀ ਆ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਗੱਲ ਗਿੱਲ ਸਾਹਿਬ ਕਲੀਅਰ ਕਰਨੀ ਚਾਹੁੰਦਾ। ਸਿੱਖਾਂ ਦੀ ਪੰਥਕ ਪਾਰਟੀ ਕਹਾਉਣ ਵਾਲੀ ਅਕਾਲੀ ਦਲ ਬਾਦਲ, ਪਹਿਲੇ ਨੰਬਰ ਤੇ ਇਹ ਅਕਾਲੀ ਦਲ ਬਾਦਲ ਨਹੀਂ, ਮੈਂ ਇਹਨੂੰ ਅਬਦਾਲੀ ਦਲ ਬਾਦਲ ਕਹਿਣਾ ਚਾਹੁੰਦਾ। ਇਹ ਅਕਾਲੀ ਦਲ ਬਾਦਲ ਹੈ ਹੀ ਨਹੀਂ। ਸਿੱਖਾਂ ਦੀ ਸਰਮੌਰ ਸੰਸਥਾ ਇਹਨਾਂ ਦੇ ਅੰਦਰ, ਦਿੱਲੀ ਦੀ ਕਮੇਟੀ ਇਹਨਾਂ ਦੇ ਅੰਦਰ। ਸਿੱਖਾਂ ਅੱਜ ਸਿੱਖ ਧਾਹਾਂ ਮਾਰ ਕੇ ਅੱਜ ਆਪਣਾ ਲੀਡਰ ਵੇਖ ਰਹੇ ਕਿ ਜਿਹੜੇ ਸਾਨੂੰ ਆਪਣੇ ਲੀਡਰ ਕਹਿੰਦੇ ਸੀ ਕਿ ਅਸੀਂ ਤੁਹਾਡੇ ਲੀਡਰ ਹਾਂ। ਮੈਂ ਬਾਦਲ ਪਰਿਵਾਰ ਦਾ ਜ਼ਿਕਰ ਕਰਨਾ ਚਾਹੁੰਦਾ ਕਲੀਅਰਲੀ। ਅੱਜ ਉਹ ਸਿੱਖਾਂ ਦੇ ਹੱਥ 'ਚ ਕਿਤੇ ਹੱਕ ਦੇ ਵਿੱਚ ਕਿਤੇ ਨਿੱਤਰ ਦੇ ਨਜ਼ਰ ਆਉਂਦੇ ਤੁਹਾਨੂੰ? ਕਿਸੇ ਇਹਨਾਂ ਦੇ ਬੰਦੇ ਦੀ ਕੋਈ ਸਟੇਟਮੈਂਟ ਨਜ਼ਰ ਆਉਂਦੀ ਆ? ਵੱਡੀਆਂ ਵੱਡੀਆਂ ਗੱਲਾਂ ਤੇ ਤੁਹਾਨੂੰ ਹਰ ਚੈਨਲ ਤੇ ਕਰਦੇ ਨਜ਼ਰ ਆਉਣਗੇ। ਸਿੱਖਾਂ ਦੇ ਹੱਕ 'ਚ ਕੋਈ ਗੱਲ ਕਰਦੇ ਨਜ਼ਰ ਆਉਂਦੇ ਤੁਹਾਨੂੰ ਅੱਜ? ਬਿਲਕੁਲ। ਇਹ ਗੱਲ ਜਿਹੜੀ ਹੈ ਤੁਹਾਡੀ ਵਾਕਿਆ ਹੀ ਦਰੁਸਤ ਆ ਕਿ ਹੁਣ ਇੱਕ ਵਾਰ ਫਿਰ ਚਰਚਾ ਦੇ ਵਿੱਚ ਖਾਸ ਤੌਰ ਦੇ ਉੱਤੇ ਵੱਡੇ ਬਾਦਲ ਸਾਹਿਬ ਜਿਹੜੇ ਆ ਇੱਕ ਫੋਟੋ ਦੇ ਵਿੱਚ ਵੀ ਨਜ਼ਰ ਆਉਂਦੇ। ਸੋਸ਼ਲ ਮੀਡੀਆ ਦੇ ਉੱਤੇ ਬੜੀ ਉਹ ਫੋਟੋ ਜਿਹੜੀ ਆ ਉਹ ਇਸ ਵੇਲੇ ਘੁੰਮ ਰਹੀ ਆ, ਜਿਹਦੇ ਵਿੱਚ ਸਤਨਾਮ ਸਿੰਘ ਕਲੇਰ ਤੇ ਉਹਨਾਂ ਦਾ ਬੇਟਾ ਜਿਹੜਾ ਆ ਉਹਨਾਂ ਦੇ ਗਲ ਦੇ ਵਿੱਚ ਬਾਹਾਂ ਪਾ ਕੇ ਖਲੋਤੇ ਆ, ਤੇ ਉਹੀ ਵਿਅਕਤੀ ਜਿਹੜੇ ਆ ਉਹ ਕੇਸ ਲੜ ਰਹੇ ਆ। ਬਲਵੰਤ ਸਿੰਘ ਮਲਤਾਨੀ ਹੁਣਾਂ ਦੇ ਪਰਿਵਾਰ ਦੇ ਖਿਲਾਫ ਸਮੇਤ ਸੈਣੀ ਵਾਲੇ ਪਾਸਿਓਂ ਕੇਸ ਲੜ ਰਹੇ ਆ ਜੀ। ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਸਤਨਾਮ ਸਿੰਘ ਕਲੇਰ ਜਿਹੜੇ ਆ ਉਹ ਮਾਫੀ ਮੰਗ ਜਾਂਦੇ ਆ। ਨਾਲ ਇਹ ਵੀ ਹੈਗਾ ਕਿ ਉਹ ਜੁਡੀਸ਼ੀਅਲ ਕਮਿਸ਼ਨ ਜਿਹੜਾ ਆ ਉਹਦੇ ਚੇਅਰਮੈਨ ਵੀ ਹੈਗੇ ਆ। ਸੋ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਜਿਹੜੀਆਂ ਆ ਆਪੋ ਦੇ ਵਿੱਚ ਲਿੰਕ ਕਰਦੀਆਂ ਨੇ। ਗਿੱਲ ਸਾਹਿਬ, ਜਿਹੜੇ ਸਰਦਾਰ ਸਤਨਾਮ ਸਿੰਘ ਕਲੇਰ ਨੇ ਨਾ, ਬਿਲਕੁਲ ਤੁਸੀਂ ਠੀਕ ਹੈ ਕਿ ਇਹ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਨੇ। ਔਰ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਜਿਹੜਾ ਚੇਅਰਮੈਨ ਹੁੰਦਾ ਉਹਦੀ 50% SGPC ਪੇ ਦਿੰਦੀ ਹੈ, 50% ਪੰਜਾਬ ਗੌਰਮੈਂਟ ਪੇ ਕਰਦਾ ਉਹਨੂੰ। ਉਹ ਪੇਸ਼ੇ ਵਜੋਂ ਇੱਕ ਵਕੀਲ ਨੇ ਜੀ। ਵਕੀਲ ਹੋਣ ਦੇ ਨਾਤੇ
ਉਹ ਕੇਸ ਲੜ ਸਕਦੇ ਨੇ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਉਹਨਾਂ ਦਾ ਪੇਸ਼ਾ ਹੈ, ਜਿਹਦੇ ਮਰਜ਼ੀ ਕੇਸ ਲੜਨ ਉਹ। ਪਰ ਵਕੀਲ ਸੰਧੂ ਸਾਹਿਬ ਇੱਕ ਪਰ ਪੜ੍ਹਿਆ ਇੱਕ ਲਿਖਿਆ ਬੇਨਤੀ ਵਿਅਕਤੀ ਇੱਕ ਬੇਨਤੀ ਆ ਜੀ, ਕੇਸ ਲੜ ਸਕਦੇ ਨੇ, ਉਹ ਕੇਸ ਲੜਨ, ਪਹਿਲਾਂ ਚੇਅਰਮੈਨੀ ਤੋਂ ਅਸਤੀਫਾ ਦੇ ਕੇ ਫਿਰ ਕੇਸ ਲੜਨ, ਬਾਦਲਾਂ ਦੇ ਨਾਲ ਨਾਤੇ ਸਾਰੇ ਤੋੜ ਕੇ ਫਿਰ ਕੇਸ ਲੜਨ। ਜੇ ਨਹੀਂ ਤੇ ਜਿਸ ਦਿਨ ਬਾਦਲਾਂ ਨੂੰ ਪਤਾ ਲੱਗਦਾ ਸੀ ਕਿ ਇਹ ਸਾਡੇ ਜਿਹੜਾ ਆ ਉਹ ਸਿੱਖਾਂ ਦੇ ਖਿਲਾਫ ਜਾਂਦਾ ਹੈ, ਬਾਦਲ ਸਾਹਿਬ ਨੂੰ ਉਸੇ ਦਿਨ ਪ੍ਰੈਸ ਕਾਨਫਰੰਸ ਕਰਕੇ ਕਹਿਣਾ ਚਾਹੀਦਾ ਹੈ ਮੇਰਾ ਅੱਜ ਤੋਂ ਬਾਅਦ ਕੋਈ ਨਾਤਾ ਨਹੀਂ ਇਹਦੇ ਨਾਲ। ਜਹੇਦਾਰ ਸਾਹਿਬ ਨੂੰ ਕਹਿਣਾ ਚਾਹੀਦਾ ਸੀ ਮੈਂ ਹੁਣੇ ਨੋਟਿਸ ਕਰਦਾ, ਹੁਣੇ ਜਿਹੜਾ ਐਕਸ਼ਨ ਲੈਣੇ ਇਹਦੇ ਉੱਪਰ ਸ਼੍ਰੋਮਣੀ ਕਮੇਟੀ ਨੂੰ ਕਹਿੰਦੇ ਆ ਕਿ ਇਹ ਅੱਜ ਕਮਿਸ਼ਨਰ ਜਿਹੜਾ ਨਹੀਂ ਰਹਿਣਾ ਚਾਹੀਦਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ, ਇਹਦੇ ਉੱਪਰ ਕੋਈ ਐਕਸ਼ਨ ਨਹੀਂ। ਸਾਰਿਆਂ ਨੇ ਮੂੰਹ 'ਚ ਘੁੰਗਣੀਆਂ ਪਾਈਆਂ ਨੇ, ਵੱਡੀਆਂ ਵੱਡੀਆਂ ਗੱਲਾਂ ਕਰਨ ਨੂੰ ਆ ਜਾਂਦੇ ਨੇ ਅੱਗੇ ਜੀ, ਬੇੜਾ ਗਰ ਕਰਕੇ ਰੱਖ ਦਿੱਤਾ ਇਹਨਾਂ ਨੇ ਪੰਜਾਬ ਦਾ, ਸਿੱਖ ਕੌਮ ਦਾ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਗਿੱਲ ਸਾਹਿਬ ਜੀ ਜੀ, ਜਦੋਂ ਮੈਂ ਸਾਰਾ ਕੇਸ ਸਟੱਡੀ ਕੀਤਾ ਨਾ ਤੇ ਇੱਕ ਕਾਮਨ ਚੀਜ਼ ਮੇਰੇ ਅੱਗੇ ਆਈ ਜਿਹਨੇ ਜੀ ਸੱਚੀ ਰੋਣ ਨੂੰ ਮਜਬੂਰ ਕਰ ਦਿੱਤਾ। ਉਹ ਆਇਆ 1978 ਨਿਰੰਕਾਰੀ ਕਾਂਡ ਜੀ ਤੇ 2015 ਦਾ ਬਹਿਬਲ ਕਲਾਂ ਗੋਲੀ ਕਾਂਡ। 1978 ਦੇ ਵਿੱਚ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਤੇ ਨਿਹੱਥੇ ਸਿੰਘਾਂ ਦੇ ਉੱਤੇ ਸ਼ਾਂਤੀਮਈ ਬਾਣੀ ਪੜ੍ਹਦਿਆਂ ਨੂੰ ਸਿੰਘਾਂ ਨੂੰ ਮਾਰਿਆ ਗਿਆ ਜੀ। 2015 ਦੇ ਵਿੱਚ ਸੇਮ ਘਟਨਾ ਫੇਰ ਵਾਪਰੀ। ਸਾਡੀ ਨਾ ਸਿੱਖਾਂ ਦੀ, ਸਾਡੀ ਕੌਮ ਦੀ ਯਾਦਦਾਸ਼ਤ ਬੜੀ ਘੱਟ ਆ, ਅਸੀਂ ਝੱਟ ਹੀ ਭੁੱਲ ਜਾਂਦੇ ਆ। ਇਹ ਗੱਲ ਤੁਹਾਡੀ ਜਿਹੜੀ ਆ ਉਹ ਬਿਲਕੁਲ ਦਰੁਸਤ ਆ ਕਿ ਬਹੁਤ ਜਲਦੀ ਜਿਹੜੇ ਵਾਕਿਆ ਹੋ ਜਾਂਦੇ ਆ ਉਹ ਭੁੱਲ ਜਾਂਦੇ ਆ, ਜੋ ਕੁਝ ਪਿੱਛੇ ਵੀ ਹੁੰਦਾ ਆਇਆ ਉਹ ਚੀਜ਼ਾਂ ਵੀ ਅਸੀਂ ਬਹੁਤ ਜਲਦੀ ਭੁੱਲ ਜਾਂਦੇ ਆ। ਇਹ ਵਾਕਿਆ ਤੁਹਾਡੀ ਗੱਲ ਜਿਹੜੀ ਠੀਕ ਆ, ਮੈਂ ਵੀ ਗੱਲ ਤੁਹਾਡੇ ਤੋਂ ਜਾਣਾਂਗਾ ਬਹਿਬਲ ਕਲਾਂ ਗੋਲੀ ਕਾਂਡ ਜਿਹੜਾ ਹੋਇਆ ਸੀਗਾ। ਪਰ ਉਸ ਤੋਂ ਪਹਿਲਾਂ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਨਿਰਦੋਸ਼ ਨੌਜਵਾਨਾਂ ਨੂੰ ਚੁੱਕ ਚੁੱਕ ਕੇ ਪੁਲਿਸ ਨੇ ਜਿਹੜਾ ਆ ਉਹ, ਚਾਹੇ KPS ਗਿੱਲ ਦੀ ਗੱਲ ਕਰੀ ਜਾਵੇ, ਉਸ ਤੋਂ ਬਾਅਦ ਦੇ ਵਿੱਚ ਜੇਕਰ ਦੇਖੀਏ ਤਾਂ ਸੁਮੇਧ ਸੈਣੀ ਦਾ ਨਾਮ ਵੱਡੇ ਪੱਧਰ ਦੇ ਉੱਤੇ ਜਿਹੜਾ ਸਾਹਮਣੇ ਆਉਂਦਾ ਆ ਤੇ ਜਿਹੜੇ ਨਿਰਦੋਸ਼ ਨੌਜਵਾਨ ਤਾਂ ਚੁੱਕ ਕੇ ਮਾਰੇ, ਪਰ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਬੜਾ ਤਸ਼ੱਦਦ ਝੱਲਣਾ ਪਿਆ। ਜਿਵੇਂ ਕਿ ਪ੍ਰੋਫੈਸਰ ਭੁੱਲਰ ਦੀ ਗੱਲ ਅਸੀਂ ਕਰਦੇ ਹਾਂ, ਉਹ ਵੀ ਇਸ ਵੇਲੇ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਦੇ ਪਿਤਾ ਜੀ ਤੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਸੀਗੇ ਤੇ ਉਹਨਾਂ ਦੇ ਮਾਤਾ ਜੀ, ਇਹਨਾਂ ਨੂੰ ਵੀ ਸੁਮੇਧ ਸੈਣੀ ਵੱਲੋਂ ਚੁੱਕ ਕੇ ਜਿਹੜਾ ਬੜਾ ਤਸ਼ੱਦਦ ਕੀਤਾ ਗਿਆ। ਉਹ ਕੀ ਕਹਾਣੀ ਸੀ, ਮੈਂ ਚਾਹੂੰਗਾ ਉਹ ਵੀ ਥੋੜ੍ਹੀ ਜਿਹੀ ਸੰਗਤਾਂ ਨੂੰ ਦੱਸ ਦਿਓ। ਗਿੱਲ ਸਾਹਿਬ, ਪ੍ਰੋਫੈਸਰ ਸਾਹਿਬ ਦੇ ਫਾਦਰ ਸਾਹਿਬ ਦਾ ਐਨਕਾਊਂਟਰ ਕਰਤਾ ਜੀ, ਉਹ ਵੀ ਸਰਕਾਰੀ ਕਹਿੰਦੇ ਉਸ ਵੇਲੇ ਅਫਸਰ ਸੀਗੇ। ਹਾਂਜੀ, ਅਸਲ ਦੇ ਵਿੱਚ ਨਾ ਜੀ, ਅਸਲ ਦੇ ਵਿੱਚ ਜਦੋਂ ਬਲਵੰਤ ਸਿੰਘ ਮੁਲਤਾਨੀ ਦਾ ਐਨਕਾਊਂਟਰ ਕੀਤਾ ਨਾ, ਉਹਨਾਂ ਦੇ ਮੇਨ ਗਵਾਹ ਵਾਈਜ਼ ਜੇ ਨਿੱਤਰ ਕੇ ਆਉਣਾ ਸੀ ਤੇ ਉਹ ਪ੍ਰੋਫੈਸਰ ਸਾਹਿਬ ਦੇ ਫਾਦਰ ਸਾਹਿਬ ਜੀ ਤੇ ਉਹਨਾਂ ਦੇ ਮਾਸਟਰ ਜੀ ਸਨ। ਉਹ ਗਵਾਹ ਉਹਨਾਂ ਨੇ ਵੇਖਿਆ ਕੱਲ ਨੂੰ ਕੋਈ ਉੱਠ ਨਾ ਪਵੇ ਤੇ ਇਹਨਾਂ ਦਾ ਵੀ ਐਨਕਾਊਂਟਰ ਕਰ ਦਿੱਤਾ। ਠੀਕ ਹੈ, ਉਹਨਾਂ ਦੇ ਮਾਤਾ ਜੀ ਜਿਹੜੇ ਨੇ ਪ੍ਰੋਫੈਸਰ ਸਾਹਿਬ ਦੇ, ਜਦੋਂ ਮਹਾਰਾਜ ਨੇ ਸੇਵਾ ਦਿੱਤੀ ਸੀ, ਸਰਦਾਰ ਪਰਮਜੀਤ ਸਿੰਘ ਸਰਨਾ ਦਿੱਲੀ ਕਮੇਟੀ ਦੇ ਪ੍ਰੈਜ਼ੀਡੈਂਟ ਸੀ ਤੇ ਉਹਨਾਂ ਦੇ ਪ੍ਰੋਫੈਸਰ ਸਾਹਿਬ ਦਾ ਕੇਸ ਮੌਜੂਦਾ ਪ੍ਰੈਜ਼ੀਡੈਂਟ ਹੁੰਦਿਆਂ ਸਰਦਾਰ ਪਰਮਜੀਤ ਸਿੰਘ ਸਰਨੇ ਨੇ ਲੜਿਆ ਹੈ, ਜਿਹੜਾ ਕਿ ਅੱਜ ਦਾ ਮੀਡੀਆ, ਗੋਦੀ ਮੀਡੀਆ ਜਿਹਨੂੰ ਮੈਂ ਕਹਿੰਦਾ ਵਾ ਕਿ ਤੁਸੀਂ ਤੇ ਤੁਹਾਡਾ ਚੈਨਲ ਤੇ ਹਰ ਇੱਕ ਚੀਜ਼ ਸੱਚ ਦਿਖਾਉਂਦਾ ਹੈ, ਜਿਹੜਾ ਗਲਤ ਹੈ ਉਹਨੂੰ ਠੋਕ ਕੇ ਗਲਤ ਕਹਿੰਦਾ ਹੈ। ਅਸਲ ਦੇ ਵਿੱਚ ਜਿਹੜਾ ਮੀਡੀਆ ਸਿਰਫ ਸਵੇਰੇ ਉੱਠ ਕੇ ਬੀਬੀ ਬਾਦਲ ਬਾਪੂ ਬਾਦਲ, ਬੀਬੀ ਬਾਦਲ ਬਾਪੂ ਬਾਦਲ ਕਰਦਾ, ਮੈਂ ਉਹਦੀ ਗੱਲ ਕਰਦਾ ਕਿ ਉਹ ਗੋਦੀ ਮੀਡੀਆ ਨੇ ਸੱਚ ਨਹੀਂ ਦਿਖਾਇਆ। ਪਰਮਜੀਤ ਸਿੰਘ ਸਰਨੇ ਨੇ ਕੇਸ ਲੜਿਆ ਔਰ ਪ੍ਰੋਫੈਸਰ ਸਾਹਿਬ ਦੀ ਮਾਤਾ ਜੀ ਨੂੰ ਬੜੇ ਉੱਚ ਅਧਿਕਾਰੀ, ਇੱਕ ਬੜੇ ਵੱਡੇ ਲੀਡਰ ਕੋਲ ਲੈ ਕੇ ਗਿਆ ਤੇ ਉਹਨਾਂ ਨੇ ਇੰਨੀ ਗੱਲ ਕਹੀ, ਕੇਸ ਨੂੰ ਕੁਝ ਨਹੀਂ ਹੋਣ ਦਿਆਂਗੇ। ਔਰ ਡਿਊਰਿੰਗ ਦੈਟ ਟਾਈਮ ਪਰਮਜੀਤ ਸਿੰਘ ਸਰਨਾ ਜੀ ਨੂੰ ਕੈਨੇਡਾ ਦੀ ਸੰਗਤ ਨੇ ਇੰਨੀ ਗੱਲ ਕਹੀ ਸੀ ਕਿ ਪ੍ਰੋਫੈਸਰ ਸਾਹਿਬ ਨੂੰ ਫਾਂਸੀ ਹੋਣ ਤੋਂ ਬਚਾ ਦਿਓ, ਤੁਹਾਨੂੰ ਸੋਨੇ ਨਾਲ ਤੋਲਾਂਗੇ। ਤੇ ਸਰਨਾ ਸਾਹਿਬ ਨੇ ਇੱਕੋ ਗੱਲ ਕਹੀ ਕਿ ਮੈਂ ਆਪਣਾ ਬੈਸਟ ਕਰੂੰਗਾ, ਮੈਂ ਇੰਨੀ ਗੱਲ ਕਹਿਣਾ ਵੀ ਫਾਂਸੀ ਨਹੀਂ ਹੋਣ ਦਿਆਂਗੇ। ਉਦੋਂ ਬੀਇੰਗ ਅ ਪ੍ਰੈਜ਼ੀਡੈਂਟ ਦਿੱਲੀ ਕਮੇਟੀ ਦੇ, ਇਹਨਾਂ ਨੇ ਮੁੱਖ ਤੌਰ ਤੇ ਜਿਹੜਾ ਇਹ ਕੇਸ ਲੜਿਆ ਸਰਦਾਰ ਸਰਨਾ ਜੀ ਨੇ। ਜੀ ਜੀ ਬਿਲਕੁਲ, ਮੈਂ ਸੰਗਤਾਂ ਨੂੰ ਦੱਸ ਦੇਵਾਂ ਕਿ ਜਦੋਂ ਇਹ ਕੇਸ ਜਿਹੜਾ ਆ ਉਹ ਬਲਵੰਤ ਸਿੰਘ ਬਲਤਾਨੀ ਹੋਰਾਂ ਨੂੰ ਜਦੋਂ ਚੁੱਕਿਆ ਗਿਆ, ਬੰਬ ਬਲਾਸਟ ਇੱਕ ਜਿਹੜਾ ਆ ਉਹ ਚੰਡੀਗੜ੍ਹ ਦੇ ਵਿੱਚ ਹੋਇਆ ਸੀਗਾ, ਜਿਹਦੇ ਵਿੱਚ ਸੁਮੇਧ ਸੈਣੀ ਉਸ ਵੇਲੇ SSP ਸੀ, ਇਸ ਦੇ ਗਨਮੈਨ ਜਿਹੜੇ ਆ ਉਹ ਮਾਰੇ ਗਏ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਸ਼ੱਕ ਦੇ ਆਧਾਰ ਦੇ ਉੱਤੇ ਬਲਵੰਤ ਸਿੰਘ ਮੁਲਤਾਨੀ ਨੂੰ ਚੁੱਕਿਆ ਗਿਆ। ਉਹਨਾਂ ਦੇ ਪਿਤਾ ਜੀ ਉਸ ਵੇਲੇ IAS ਆਫੀਸਰ ਸਨ ਤੇ ਇੱਕ SSP ਜਿਹੜਾ ਆ ਉਹਨੇ ਇੱਕ ਇਸ ਤਰੀਕੇ ਦੇ ਨਾਲ ਕਾਰਵਾਈ ਜਿਹੜੀ ਆ ਕੀਤੀ ਕਿ ਜਿਹਨੂੰ ਪਿੱਛੇ ਕਿਸੇ ਦਾ ਵੀ ਡਰ ਨਹੀਂ ਸੀਗਾ। ਸਰਕਾਰ ਦੀ ਪੂਰੀ ਸ਼ਹਿ ਦੇ ਮੁਤਾਬਕ ਜਿਹੜਾ ਆ ਉਹ ਕੰਮ ਉਸਨੇ ਕੀਤਾ। ਸੋ ਉਸ ਤੋਂ ਬਾਅਦ ਵਿੱਚ ਬਲਵੰਤ ਸਿੰਘ ਮੁਲਤਾਨੀ ਦੇ ਉੱਤੇ ਬਹੁਤ ਤਸ਼ੱਦਦ ਕੀਤਾ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਬਾਰੇ ਦੇ ਵਿੱਚ ਪੁੱਛਿਆ ਗਿਆ,
ਜਿਨ੍ਹਾਂ ਨੂੰ ਬਾਅਦ ਦੇ ਵਿੱਚ ਇਸ ਕੇਸ ਦੇ ਵਿੱਚੋਂ ਰਿਹਾ ਵੀ ਕਰ ਦਿੱਤਾ ਗਿਆ। ਉਹਨਾਂ ਦਾ ਨਾਤਾ ਵੀ ਇਸ ਕੇਸ ਦੇ ਨਾਲ ਜਿਹੜਾ ਉਹ ਕੋਈ ਨਹੀਂ ਰਿਹਾ ਤੇ ਅਣਮਨੁੱਖੀ ਤਸੀਹੇ ਦੇ ਕੇ ਬਲਵੰਤ ਸਿੰਘ ਮੁਲਤਾਨੀ ਹੋਰਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਜਿਹੜੇ ਪਿਤਾ ਜੀ ਸਨ ਉਹਨਾਂ ਨੂੰ ਤੇ ਉਹਨਾਂ ਦੇ ਜਿਹੜੇ ਮਾਸੜ ਸਨ ਉਹਨਾਂ ਨੂੰ ਵੀ ਜਿਹੜਾ ਆ ਉਹ ਬੁਰੀ ਤਰ੍ਹਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤੇ ਪ੍ਰੋਫੈਸਰ ਭੁੱਲਰ ਦੇ ਮਾਤਾ ਜੀ ਜਿਹੜੇ ਉਹਨਾਂ ਨੂੰ ਵੀ ਉਹਨਾਂ ਨੇ ਕਸਟਡੀ 'ਚ ਰੱਖਿਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਰਿਲੀਜ਼ ਕੀਤਾ। ਸੋ ਇਹ ਪੂਰੀ ਜਿਹੜਾ ਘਟਨਾਕ੍ਰਮ ਸੀਗਾ ਇਹ ਸੁਮੇਧ ਸੈਣੀ ਨੇ ਉਸ ਵੇਲੇ ਸਾਰੀ ਚੀਜ਼ ਨੂੰ ਅੰਜਾਮ ਜਿਹੜਾ ਆ ਉਹ ਦਿੱਤਾ ਸੀਗਾ ਤੇ ਕਿਹਦੀ ਸ਼ਹਿ ਦੇ ਉੱਤੇ ਦਿੱਤਾ, ਜਿਨ੍ਹਾਂ ਨੇ ਬਾਅਦ ਦੇ ਵਿੱਚ ਉਸ ਨੂੰ DGP ਪੰਜਾਬ ਵੀ ਲਾਇਆ। ਤੇ ਫਿਰ ਇੱਕ ਘਟਨਾ ਵਾਪਰੀ ਬਾਈਬਲ ਕਲਾਂ ਗੋਲੀकांड ਦੀ, ਜਦੋਂ ਉੱਤੇ ਜਿਹੜੇ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਹੋਈ ਸੀਗੀ ਉਸ ਬੇਅਦਬੀ ਨੂੰ ਲੈ ਕੇ ਰੋਸ ਦੇ ਵਜੋਂ ਬੈਠੀ ਸੀਗੀ ਤੇ ਉਸ ਵੇਲੇ ਵੀ ਪੁਲਿਸ ਦੇ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ 2 ਨੌਜਵਾਨ ਜਿਹੜੇ ਆ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸੋ ਸੁਮੇਧ ਸੈਣੀ ਦੀ ਥੋੜੀ ਜਿਹੀ ਬੈਕਗਰਾਉਂਡ ਦੀ ਗੱਲ ਜਿਹੜੀ ਆ ਉਹ ਕਰਨੀ ਚਾਹੂੰਗਾ ਸੰਧੂ ਸਾਹਿਬ। ਸੁਮੇਧ ਸੈਣੀ ਦੀ ਬੈਕਗਰਾਉਂਡ ਜਿਹੜੀ ਆ ਉਹ ਕੀ ਹੈਗੀ, ਤੁਹਾਡੇ ਕੋਲ ਕੀ ਡਾਟਾ ਹੈਗਾ ਦੀ ਬੈਕਗਰਾਉਂਡ ਦੇ ਸੰਬੰਧ ਦੇ ਵਿੱਚ ਕਿ ਇਹ ਤੇ ਇੱਕ ਕੇਸ ਸੀ ਜਿਹੜਾ ਨਿਕਲ ਕੇ ਸਾਹਮਣੇ ਆ ਗਿਆ, ਪਰ ਇਹਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੋਣਗੀਆਂ ਜਿਹੜੀਆਂ ਕਿ ਆਮ ਸੰਗਤ ਨੂੰ ਨਹੀਂ ਪਤਾ। ਸਰਦਾਰ ਜੀ ਇਹ ਨਾ ਚਾਹੇ ਉੱਪਰ NDA ਦੀ ਗਵਰਨਮੈਂਟ ਹੋਵੇ ਭਾਵੇਂ UPA ਦੀ, ਇਹਦੀ ਹੋਮ ਮਿਨਿਸਟਰੀ 'ਚ ਬੜੇ ਅੱਛੇ ਸੰਬੰਧ ਸਨ ਜੀ ਮਿਸਟਰ ਸੈਣੀ ਦੇ ਜੀ। ਇਹਨੂੰ SSP ਉਸ ਏਰੀਏ 'ਚ ਲਾਇਆ ਜਾਂਦਾ ਸੀ ਜਿੱਥੇ ਜੁਝਾਰੂਆਂ ਦਾ, ਜਿਹਨੂੰ ਮੈਂ ਕਹਿ ਲਵਾਂ ਜ਼ਿਆਦਾ ਗੜ੍ਹ ਸੀ, ਜਿੱਥੇ ਜੁਝਾਰੂਆਂ ਦਾ ਜ਼ਿਆਦਾ ਗੜ੍ਹ ਸੀ ਉੱਥੇ ਲਾਇਆ ਜਾਂਦਾ ਸੀਗਾ ਇਹਨੂੰ SSP ਜੀ। ਸਭ ਤੋਂ ਪਹਿਲਾਂ ਜੇ ਬਟਾਲੇ ਦੀ ਗੱਲ ਕਰ ਲਈ, SSP ਬਟਾਲਾ ਇਹ ਰਿਹਾ। SSP ਮਜੀਠਾ, ਜਿਹਨੂੰ ਅੰਮ੍ਰਿਤਸਰ ਰੂਰਲ ਆਪਾਂ ਕਹਿੰਦੇ ਆ, ਅੰਮ੍ਰਿਤਸਰ SSP ਮਜੀਠਾ ਰਿਹਾ। ਅਸਲ ਦੇ ਵਿੱਚ ਇਹਦੇ ਸਬੰਧ ਬਾਦਲ ਪਰਿਵਾਰ ਦੇ ਨਾਲ 1990 'ਚ ਜੁੜਦੇ ਨੇ ਜਦੋਂ ਇਹ SSP ਬਠਿੰਡਾ ਸੀ ਜੀ। ਹੁਣ ਮੈਂ ਤੁਹਾਨੂੰ ਥੋੜੀ ਜਿਹੀ ਦੀ ਬੈਕਗਰਾਉਂਡ ਬਾਰੇ ਦੱਸ ਦਿਆਂ। ਇਹ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ। ਅੱਛਾ ਜੀ। ਇਹਦੇ ਫਾਦਰ ਸਾਹਿਬ ਚੀਫ ਇੰਜੀਨੀਅਰ ਸਨ। ਅੱਛਾ ਜੀ। ਤੇ ਸ਼ਾਇਦ ਦਾਦਾ ਜੀ ਜਿੱਥੋਂ ਤੱਕ ਮੈਨੂੰ ਇਨਫੋਰਮੇਸ਼ਨ ਮਿਲੀ ਇੱਕ ਡਾਕਟਰ ਸਨ। ਇਹਦਾ ਦੂਸਰਾ ਭਰਾ IAS ਆਫੀਸਰ ਸੀ ਜੋ ਹਰਿਆਣੇ ਦੇ ਵਿੱਚ ਪੋਸਟਡ ਸੀ। ਅੱਛਾ ਜੀ। ਔਰ ਇਹ ਟਵਿਨ ਸਨ ਦੋਨੇ ਭਰਾ ਜੀ। ਔਰ ਇੱਕ ਹੋਰ ਪਿਛੋਕੜ ਕਹਿ ਲਓ ਤੇ ਜਾਂ ਅਸਲ ਸੱਚ ਕਹਿ ਲਓ, ਇਹ ਅਬਦਾਲੀ ਦਲ ਬਾਦਲ ਦਾ CBI ਦੇ ਵਿੱਚ ਕੇਸ ਚੱਲਿਆ। ਜਦੋਂ ਇਹਦੇ ਉੱਤੇ ਕਿੰਨੇ ਕੇਸ ਚੱਲੇ, ਇਹਦੀ CBI 'ਚ ਉਹ ਫਾਈਲ ਕਲੀਅਰ ਨਾ ਹੋਣ ਕਰਕੇ SSP ਦੇ ਉੱਤੇ ਰੋਕ ਲੱਗ ਗਈ ਕਿ ਇਹ ਪ੍ਰਮੋਟ ਨਹੀਂ ਹੋ ਸਕਦਾ, ਇਹਦੀ ਪ੍ਰਮੋਸ਼ਨ ਦੇ ਉੱਤੇ ਰੋਕ ਲੱਗ ਗਈ। ਠੀਕ ਹੈ ਜੀ, ਬਿਲਕੁਲ। 2007 ਤੋਂ ਬਾਅਦ ਬਾਦਲ ਸਾਹਿਬ ਆਉਂਦੇ ਨੇ ਗਵਰਨਮੈਂਟ 'ਚ ਜੀ, ਇਹਨੂੰ ਇੰਟੈਲੀਜੈਂਸ ਦਾ ਡਾਇਰੈਕਟਰ ਲਾਇਆ। ਠੀਕ ਹੈ ਜੀ। ਇੰਟੈਲੀਜੈਂਸ ਦਾ ਡਾਇਰੈਕਟਰ ਲਾਉਣ ਤੋਂ ਬਾਅਦ 2012 ਦੇ ਵਿੱਚ ਇਹਦਾ 30% ਤੋਂ ਵੱਧ ਜਿਹੜਾ ਇਹ ਬਾਦਲ ਦੀ ਸਰਕਾਰ ਬਣਾਉਣ ਦੇ ਵਿੱਚ ਇਹਦਾ ਹੱਥ ਸੀ। ਕਿਉਂਕਿ ਜਿਹੜੀ ਆ ਉਹ ਪੈਸਿਆਂ ਦੀ ਬੜੀ ਮੂਵਮੈਂਟ ਦੀ ਬੜੀ ਪਾਬੰਦੀ ਸੀ ਉਦੋਂ ਜੀ, ਕਿਉਂਕਿ ਕੋਡ ਆਫ ਕੰਡਕਟ ਲੱਗਾ ਸੀ ਤੇ ਇਹ ਪੁਲਿਸ ਦਾ ਵੱਡਾ ਆਫੀਸਰ ਹੋਣ ਕਰਕੇ ਇਹ ਐਂਬੂਲੈਂਸਾਂ ਦੇ ਵਿੱਚ ਪੈਸੇ ਕੱਲੇ ਜਿਹੜੇ ਕੈਂਡੀਡੇਟ ਨੂੰ ਪਹੁੰਚਾਉਂਦਾ ਰਿਹਾ ਜੀ। ਠੀਕ ਹੈ ਜੀ। ਜਦੋਂ 2012 ਦੇ ਵਿੱਚ ਗਵਰਨਮੈਂਟ ਬਣਦੀ, ਫਿਰ ਇਨਾਮ ਵਜੋਂ ਇਹਨੂੰ DGP ਲਾਇਆ ਗਿਆ। ਮੇਰਾ ਸਭ ਤੋਂ ਵੱਡਾ ਸਵਾਲ ਹੈ ਇਸ ਪਰਿਵਾਰ ਨੂੰ, ਬਾਦਲ ਪਰਿਵਾਰ ਨੂੰ, ਤੁਸੀਂ ਸਿੱਖ ਕੌਮ ਦੀ ਨੁਮਾਇੰਦਗੀ ਕਰ ਰਹੇ ਹੋ, ਸੋ ਕੋਲਡ ਨੁਮਾਇੰਦਗੀ ਜੀ, ਜਿਹੜੀ ਮਜਬੂਰਨ ਕੌਮ ਨੂੰ ਮੰਨਣੀ ਪੈ ਰਹੀ ਹੈ। ਤੁਸੀਂ ਜਦੋਂ ਇਹਨੂੰ DGP ਲਾਇਆ ਜਾਂ ਇੰਟੈਲੀਜੈਂਸ ਦਾ ਡਾਇਰੈਕਟਰ ਲਾਇਆ, ਤੁਸੀਂ ਇਹਦਾ ਪਿਛੋਕੜ ਕਿਉਂ ਨਹੀਂ ਵੇਖਿਆ? ਬਿਲਕੁਲ। ਤੁਸੀਂ ਪੰਥਕ ਪਾਰਟੀ ਕਹਿਣ ਵਾਲੇ, ਪੰਥ ਦੇ ਜੁਝਾਰੂਆਂ ਨੂੰ ਇਹਨੇ ਮਾਰਿਆ, ਤੁਸੀਂ ਉਦੋਂ ਇਹਦਾ ਪਿਛੋਕੜ ਕਿਉਂ ਨਹੀਂ ਵੇਖਿਆ ਜੀ? ਇਹਨੂੰ DGP ਲਾਇਆ, ਪਿਛੋਕੜ ਕਿਉਂ ਨਹੀਂ ਵੇਖਿਆ? ਜਦੋਂ ਇਹਦੇ ਸੁਪਰੀਮ ਕੋਰਟ ਦੇ ਵਿੱਚ ਕੇਸ ਜਾਣਾ ਸੀ, ਇਹਦਾ ਜਦੋਂ ਉੱਥੇ ਕਹਿ ਲਓ ਕਿ ਆਪਾਂ ਹੀਅਰਿੰਗ ਸੀ, ਤਰੀਕ ਸੀ ਜੀ, ਵਕੀਲ ਤੇ ਇਹਨੇ ਕਰਨਾ ਸੀ। ਤੁਸੀਂ ਸਿੱਖਾਂ ਦੀ ਪਿੱਠ 'ਚ ਛੁਰਾ ਕਿਉਂ ਮਾਰਿਆ? ਪੰਜਾਬ ਗਵਰਨਮੈਂਟ ਸਿੱਖਾਂ ਦਾ ਪੈਸਾ ਸਿੱਖਾਂ ਦੇ ਖਿਲਾਫ ਵਰਤਿਆ ਤੁਸੀਂ ਪੰਜਾਬ ਗਵਰਨਮੈਂਟ ਦਾ ਵਕੀਲਾਂ ਦੀ ਟੀਮ ਉੱਥੇ ਭੇਜੀ ਜਿਹਦਾ 2 ਕਰੋੜ ਰੁਪਈਆ ਜਿਹੜਾ ਆ ਉਹ ਖਰਚਾ ਆਇਆ ਉਹਨਾਂ ਦਿਨਾਂ ਦੇ ਵਿੱਚ ਜੀ। ਬਾਦਲ ਸਾਹਿਬ, ਇਹ 1978 ਜਾਂ 1980 ਨੀਗਾ ਕਿ ਤੁਸੀਂ ਬਠਿੰਡੇ ਕੁਛ ਕਹੋਗੇ ਤੇ
ਸਾਲ ਬਾਅਦ ਗੁਰਦਾਸਪੁਰ ਵਾਲਿਆਂ ਨੂੰ ਪਤਾ ਲੱਗੂਗਾ ਆ ਕੇ ਕਿ ਇਹ ਅਸਲ 'ਚ ਬਾਦਲ ਸਾਹਿਬ ਦਾ ਸੱਚ ਕੀ ਸੀ। ਬਠਿੰਡਿਓਂ ਗੁਰਦਾਸਪੁਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਤੁਹਾਡੀ ਖਬਰ ਵਾਇਰਲ ਹੋ ਜਾਂਦੀ ਹੈ। ਸਮਾਂ ਆ ਗਿਆ, ਤੁਹਾਡਾ ਪਿਛੋਕੜ ਲੋਕਾਂ ਦੇ ਅੱਗੇ ਆ ਗਿਆ। ਇੱਕ ਚੀਜ਼ ਦਾ ਮੈਨੂੰ ਦੁੱਖ ਹੈ ਕਿ ਸਾਡੀ ਕੌਮ ਦੀ ਨੁਮਾਇੰਦਗੀ ਕਰ ਰਹੀ ਅੱਜ ਦੀ ਪਾਰਟੀ, ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹਦੇ ਹਾਂ ਤੇ ਸਾਡਾ ਸੀਨਾ ਚੌੜਾ ਹੋ ਜਾਂਦਾ ਤੇ ਅਸੀਂ ਧੌਣ ਉੱਚੀ ਕਰਕੇ ਤੁਰਦੇ ਹਾਂ ਕਿ ਅਸੀਂ ਸਿੱਖ ਰਾਜ ਦੀ ਜੇ ਸਥਾਪਨਾ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ। 39 ਸਾਲ ਰਾਜ ਰਿਹਾ ਜੀ ਮਹਾਰਾਜਾ ਰਣਜੀਤ ਸਿੰਘ ਦਾ। ਜੀ 39 ਸਾਲ ਰਾਜ ਰਿਹਾ ਤੇ ਅੱਜ ਜਦੋਂ ਬਾਹਰ ਦੇ ਗੌਰੇ ਜਿਹੜੀ ਬ੍ਰਿਟਿਸ਼ ਸਰਕਾਰਾਂ ਨੇ, ਜਦੋਂ ਉਹ ਬਾਦਸ਼ਾਹ ਪੂਰੇ ਵਰਲਡ ਦੇ 10 ਬਾਦਸ਼ਾਹਾਂ ਦੀ ਗੱਲ ਹੁੰਦੀ ਤੇ ਪਹਿਲੇ ਨੰਬਰ ਦੇ ਉੱਤੇ ਬਿਹਤਰੀਨ ਬਾਦਸ਼ਾਹ ਦੇ ਵਿੱਚੋਂ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਨਵਾਜਿਆ ਗਿਆ। ਬਿਲਕੁਲ। ਉਦੋਂ ਤੇ ਬਾਦਲ ਸਾਹਿਬ ਕੋਈ ਨਾ ਕੋਈ ਕਮੀ ਰਹਿ ਗਈ ਹੋਊਗੀ, ਇੰਨੀ ਟੈਕਨੋਲੋਜੀ ਐਡਵਾਂਸ ਨਹੀਂ ਸੀ ਕਿ ਉਦੋਂ ਦਾ ਪ੍ਰੋਪਰ ਸਿੱਖਾਂ ਦਾ ਇਤਿਹਾਸ ਸਾਡੇ ਤੱਕ ਅੱਧਾ ਪਹੁੰਚਿਆ, ਅੱਧਾ ਨਹੀਂ ਪਹੁੰਚਿਆ। ਅੱਜ ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਮੌਜੂਦ ਆ, YouTube ਤੇ ਮੌਜੂਦ ਆ। ਠੀਕ ਹੈ ਜੀ। ਜਦੋਂ 100 ਸਾਲ ਬਾਅਦ 50 ਸਾਲ ਬਾਅਦ ਇਤਿਹਾਸ ਲਿਖਿਆ ਜਾਊਗਾ ਤੇ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਕਰਕੇ ਧੌਣ ਉੱਚੀ ਕਰਕੇ ਤੁਰਦੇ ਹਾਂ ਤੇ ਤੁਹਾਡੇ ਕਰਕੇ ਆਉਣ ਵਾਲੀ ਪੀੜ੍ਹੀ ਧੌਣ ਕਿੱਥੇ ਕਰਕੇ ਤੁਰੇਗੀ ਇਹ ਤੁਸੀਂ ਤੈਅ ਕਰ ਲਓ ਜੀ। ਕਿਸੇ ਨੂੰ ਜਵਾਬ ਨਾ ਦਿਓ, ਸ਼ੀਸ਼ੇ ਅੱਗੇ ਖਲੋ ਕੇ ਆਪਣੇ ਆਪ ਨੂੰ ਜਵਾਬ ਦੇ ਲਓ। ਜਸਵੰਤ ਸਿੰਘ ਖਾਲੜਾ ਦੇ ਮਾਮਲੇ ਦੀ ਵੀ ਗੱਲ ਕਰਾਂ ਤੇ ਉਹਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਹੀ ਉਹਨਾਂ ਨੇ ਜਿਹੜੇ ਪਰਦੇ ਫਾਸ਼ ਕੀਤੇ ਸਰਕਾਰ ਦੇ, ਜੋ ਕੁਛ ਝੂਠੇ ਪੁਲਿਸ ਮੁਕਾਬਲੇ ਹੋਏ ਤੇ ਉਹਨਾਂ ਦਾ ਕੀ ਹਸ਼ਰ ਹੋਇਆ ਉਹ ਵੀ ਅਸੀਂ ਸਾਰੇ ਜਾਣੇ ਜਾਣਦੇ ਹਾਂ। ਸੋ ਸਰਕਾਰਾਂ ਦੀ ਮਿਲੀ ਭੁਗਤ, ਪੁਲਿਸ ਨੂੰ ਕਿਵੇਂ ਆਰਡਰ ਦਿੱਤੇ ਜਾਂਦੇ ਆ, ਕੀ ਕਰਵਾਇਆ ਜਾਂਦਾ, ਇਹ ਸਾਰੀਆਂ ਗੱਲਾਂ ਦਾ ਸੱਚ ਜਿਹੜਾ ਹੈ ਪਿਛਲੇ ਕਾਫੀ ਸਮੇਂ ਤੋਂ ਸਾਡੇ ਸਾਹਮਣੇ ਆ ਰਿਹਾ। ਤੇ ਸੰਧੂ ਸਾਹਿਬ ਲਗਾਤਾਰ ਸਾਡੇ ਲੋਕ ਜਿਹੜੇ ਆ ਪੰਜਾਬੀ ਆ ਉਹ ਇਹਨਾਂ ਗੱਲਾਂ ਨੂੰ ਭੁੱਲ ਵੀ ਜਾਂਦੇ ਆ ਕਿ ਸਾਡੇ ਨਾਲ ਪਿੱਛੇ ਆ ਹੋਇਆ, ਬਹੁਤ ਬੁਰੀ ਤਰੀਕੇ ਦੇ ਨਾਲ ਪੰਜਾਬੀਆਂ ਦੇ ਉੱਤੇ ਤਸ਼ੱਦਦ ਵੀ ਹੋਇਆ। ਤੇ ਫਿਰ ਪੰਥਕ ਚਿਹਰਾ ਕਹਿ ਲਈਏ, ਪੰਥ ਦਾ ਨਾਂ ਲੈ ਕੇ ਜਾਂ ਇਸ ਤਰ੍ਹਾਂ ਲੈ ਕੇ ਇਹ ਲੀਡਰ ਜਿਹੜੇ ਆ ਵੋਟਾਂ ਲੈਣ ਦੇ ਵਿੱਚ ਵੀ ਕਾਮਯਾਬ ਰਹੇ ਤੇ ਕਈ ਵਾਰ ਮੁੱਖ ਮੰਤਰੀ ਵੀ ਬਣੇ ਤੇ ਸਾਰੇ ਸਰਕਾਰੀ ਸੁੱਖ ਭੋਗੇ ਵੀ ਤੇ ਭੋਗ ਵੀ ਰਹੇ ਆ। ਗਿੱਲ ਸਾਹਿਬ, ਪੰਥਕ ਚਿਹਰਾ ਕਿਹਾ ਤੁਸੀਂ, ਕੌਮ ਨੇ ਲਾਂਤਾਂ ਪਵਾ ਕੇ ਤੇ ਸੁਖਬੀਰ ਬਾਦਲ ਨੂੰ ਅੰਮ੍ਰਿਤ ਛਕਾਇਆ। ਕਿਹੜੇ ਪੰਥਕ ਚਿਹਰੇ ਦੀ ਗੱਲ ਕਰਦੇ ਆ ਆਪਾਂ? ਬਿਲਕੁਲ। ਸਾਡੀ ਮਰਿਆਦਾ ਦੇ ਵਿੱਚ ਲਿਖਿਆ ਦੋਵੇਂ ਮੀਆਂ ਬੀਬੀ ਦੋਵੇਂ ਜੀ ਅੰਮ੍ਰਿਤਧਾਰੀ ਹੋਣੇ ਚਾਹੀਦੇ ਨੇ। ਸਾਡੀ ਬੀਬੀ ਬਾਦਲ ਹੋਣਾ ਨੇ ਤੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ। ਬਿਲਕੁਲ, ਮਤਲਬ ਮੇਰਾ ਕਹਿਣ ਤੋਂ ਭਾਵ ਕਿ ਕਿਹੜੇ ਪੰਥਕ ਚਿਹਰੇ ਦੀ ਗੱਲ ਕਰਦੇ ਜੀ ਆਪਾਂ? ਨਾਂ ਦੇ ਉੱਤੇ ਵੋਟਾਂ ਜਿਹੜੀਆਂ ਆ ਉਹ ਇਹਨਾਂ ਨੇ ਹਮੇਸ਼ਾ ਲਈਆਂ ਆ ਕਿ ਸਾਡੀ ਪਾਰਟੀ ਪੰਥਕ ਆ, ਅਸੀਂ ਜਿਹੜਾ ਆ ਉਹ ਨੁਮਾਇੰਦਗੀ ਕਰਦੇ ਆ, ਜਿਹਦੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਜਿਹੜੇ ਦਲ ਕੋਲ ਹੁੰਦੀ ਆ ਉਹੀ ਮੁੱਖ ਅਕਾਲੀ ਦਲ ਹੁੰਦਾ ਆ। ਐਵੇਂ ਦੀਆਂ ਗੱਲਾਂ ਕਰਕੇ ਵੀ ਲੋਕਾਂ ਨੂੰ ਵਰਗਲਾਇਆ ਗਿਆ ਤੇ ਇਹ ਵੀ ਗੱਲ ਕਿਤੇ ਨਾ ਕਿਤੇ ਜਿਹੜੀ ਆ ਉਹ ਸਾਨੂੰ ਮੰਨਣੀ ਪਊਗੀ ਕਿ ਅਸੀਂ ਵਰਗਲਾਏ ਵੀ ਗਏ ਆ ਕਿ ਬਹੁਤ ਵਾਰੀ ਜਿਹੜਾ ਆ ਉਹ ਇਹਨਾਂ ਨੇ ਵੋਟਾਂ ਜਿਹੜੀਆਂ ਇਸੇ ਤਰੀਕੇ ਨਾਲ ਹੀ ਲਈਆਂ ਆ ਪੰਥ ਦੇ ਨਾਂ ਤੇ। ਗਿੱਲ ਸਾਹਿਬ, ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਸਾਡੇ ਪੁਰਾਤਨ ਸਿੱਖ ਕੀ ਸੀ ਤੇ ਅੱਜ ਦਾ ਸਿੱਖ ਕੀ ਆ? ਮੈਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਇੱਕ ਉਦਾਹਰਣ ਦੇ ਕੇ ਅਗਲੀ ਗੱਲ ਸ਼ੁਰੂ ਕਰਨੀ ਚਾਹੁੰਦਾ ਜੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਰਮਿਆਨ ਜੀ ਸਿੱਖਾਂ ਦੀ ਗਿਣਤੀ ਸਿਰਫ 8% ਸੀ ਜੀ, 92% ਹੋਰ ਜਾਤਾਂ ਦੇ ਲੋਕ ਸੀ। ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਵੀ ਧਰਮ ਦਾ ਬੰਦਾ ਦੁਖੀ ਨਹੀਂ ਹੋਣ ਦਿੱਤਾ ਉਹਨੇ। ਇਹ ਐਗਜ਼ਾਮਪਲ ਦਿੰਦੇ ਨੇ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਦੇਵਾਂਗੇ। ਪਹਿਲਾਂ ਕੋਈ ਇੱਕ ਚੀਜ਼ ਦੱਸ ਦੇਣ ਜਿਹੜਾ ਉਸ ਰਾਜ ਦੇ ਨਾਲ ਇਹਨਾਂ ਦੀ ਰਲਦੀ ਹੋਵੇ। ਅੱਜ 65% ਗਿਣਤੀ ਸਾਡੇ ਸਿੱਖਾਂ ਦੀ ਆ ਜੀ। ਬਿਲਕੁਲ। ਤੇ ਇਹ ਸਿੱਖਾਂ ਦੇ ਹੱਕ ਦੇ ਵਿੱਚ 20 ਸਾਲ ਦਾਵਾ ਕਰਦੇ ਨੇ, 20 ਸਾਲ ਚੀਫ ਮਿਨਿਸਟਰ ਰਹੇ। ਇੱਕ ਚੀਜ਼ ਦੱਸ ਦੇਣ ਜਿਹੜੀ ਇਹਨਾਂ ਨੇ 1984 ਦੇ ਸਿੱਖਾਂ ਵਾਸਤੇ ਕੀਤੀ ਹੋਵੇ, ਜਿਹੜੀ ਇਹਨਾਂ ਨੇ ਸਿੱਖ ਕੌਮ ਵਾਸਤੇ ਕੀਤੀ ਹੋਵੇ। ਤੇ ਜੇ ਨਹੀਂ ਦੱਸ ਸਕਦੇ ਫਿਰ ਕੋਈ ਇੱਕ ਪ੍ਰੋਗਰਾਮ ਰੱਖ ਲਿਓ, ਮੈਂ 2 ਘੰਟੇ ਲਾ ਕੇ ਦੱਸੂਗਾ ਜਿਹੜੀ ਇਹਨਾਂ ਨੇ ਸਿੱਖ ਕੌਮ ਤੋਂ ਆਪਣੇ ਘਰ ਭਰੇ, ਆਪਣੇ ਢਿੱਡ ਭਰੇ। ਬਿਲਕੁਲ, ਇਹ ਗੱਲ ਜਿਹੜੀ ਹੈ ਬਿਲਕੁਲ ਤੁਹਾਡੀ ਦਰੁਸਤ ਹੈ। ਇੱਕ ਗੱਲ ਹੋਰ ਮੇਰੇ ਜ਼ਿਹਨ ਦੇ ਵਿੱਚ ਆ ਗਈ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਇਹਨਾਂ ਨੇ ਕਿਤੇ ਨਾ ਕਿਤੇ ਕਿਰਤ ਦਾ ਜਿਹੜਾ ਸਿਧਾਂਤ ਸੀਗਾ ਉਸ ਨੂੰ ਵੀ ਠੇਸ ਪਹੁੰਚਾਈ ਕਿ ਲੋਕਾਂ ਨੂੰ ਆਟੇ ਦਾਲ ਦੀਆਂ ਸਕੀਮਾਂ ਦੇ ਕੇ ਤੇ ਉਹਨਾਂ ਨੂੰ ਕਿਹਾ ਕਿ ਇਹ ਗਰੀਬ ਨੇ ਤੇ ਜਾਂ ਇਸ ਤਰੀਕੇ ਨਾਲ ਇਹਨਾਂ ਨੂੰ ਆਹ ਚੀਜ਼ਾਂ ਜਿਹੜੀਆਂ ਦਿੱਤੀਆਂ ਜਾਣ। ਭਾਵੇਂ ਮੰਨਦੇ ਹਾਂ ਕਿ ਬਹੁਤ ਸਾਰਾ ਜਿਹੜੇ ਪੰਜਾਬ ਦੇ ਵਿੱਚ ਲੋਕ ਨੇ ਉਹ ਗਰੀਬ ਨੇ
ਪਰ ਇਹ ਆ ਕਿ ਉਹਨਾਂ ਨੂੰ ਨੌਕਰੀ ਵੀ ਦਿੱਤੀ ਜਾ ਸਕਦੀ ਸੀ। ਮਿਹਨਤ ਦਾ ਸਿਧਾਂਤ ਜਿਹੜਾ, ਕਿਰਤ ਕਰਨ ਦਾ ਸਿਧਾਂਤ ਆ, ਉਹਦੇ ਹਿਸਾਬ ਦੇ ਨਾਲ ਬਹੁਤ ਸਾਰੀਆਂ ਪਾਲਿਸੀਆਂ ਬਣ ਜਾਣੀਆਂ ਚਾਹੀਦੀਆਂ। ਇਹ ਕਿਸੇ ਗੱਲ ਦਾ ਪੱਕਾ ਹੱਲ ਨਹੀਂ ਹੈਗਾ ਕਿ ਤੁਸੀਂ ਕਿਸੇ ਨੂੰ ਰਾਸ਼ਨ ਜਿਹੜਾ ਆ ਉਹ ਦੇਤਾ ਤੇ ਇਸ ਬੇਸ ਦੇ ਉੱਤੇ ਜਿਹੜਾ ਆ ਤੁਸੀਂ ਉਹਨੂੰ ਕਹੋ ਕਿ ਕੱਲ ਨੂੰ ਵੋਟਾਂ ਵੀ ਸਾਨੂੰ ਪਾਓ ਤੇ ਉਹ ਜਿਹੜਾ ਰਾਸ਼ਨ ਦਿੱਤਾ ਉਹਦੇ ਉੱਤੇ ਫੋਟੋਆਂ ਵੀ ਜਿਹੜੀਆਂ ਆ ਉਹ ਲਾ ਕੇ ਦਿਓ, ਤੇ ਜਿਹੜੇ ਕਾਰਡ ਬਣਨੇ ਆ ਨੀਲੇ ਉਹਨਾਂ ਦੇ ਉੱਤੇ ਵੀ ਫੋਟੋਆਂ ਇਸ ਤਰ੍ਹਾਂ ਦੀਆਂ ਲੱਗਣ। ਕਿਤੇ ਨਾ ਕਿਤੇ ਇਹ ਵੀ ਚੀਜ਼ ਮੈਂ ਸਮਝਦਾ ਹਾਂ ਕਿ ਅੱਛੇ ਤਰੀਕੇ ਨਾਲ ਨਹੀਂ ਹੋਈ, ਕਿਉਂਕਿ ਚਾਹੇ ਇਸ ਚੀਜ਼ ਨੂੰ ਕੋਈ ਦੂਸਰੇ ਤਰੀਕੇ ਨਾਲ ਵੀ ਲੈ ਸਕਦਾ ਕਿ ਉਹਨਾਂ ਨੇ ਗਰੀਬਾਂ ਦਾ ਸੋਚਿਆ ਸੀਗਾ, ਪਰ ਕਿਤੇ ਨਾ ਕਿਤੇ ਗਰੀਬਾਂ ਦਾ ਹੋਰ ਤਰੀਕੇ ਨਾਲ ਵੀ ਸੋਚਿਆ ਜਾ ਸਕਦਾ ਸੀ। ਉਹਨਾਂ ਨੂੰ ਪੱਕੀਆਂ ਨੌਕਰੀਆਂ ਜਾਂ ਇਸ ਤਰੀਕੇ ਦੀ ਜਿਹੜੀ ਅਨਐਮਪਲਾਇਮੈਂਟ ਇੱਥੇ ਚੱਲ ਰਹੀ ਆ ਉਹਨਾਂ ਨੂੰ ਕਿਤੇ ਨਾ ਕਿਤੇ ਨੌਕਰੀ ਦਿੱਤੀ ਜਾਣੀ ਚਾਹੀਦੀ ਸੀਗੀ। ਗਿੱਲ ਸਾਹਿਬ, ਸਾਡੀ ਕੌਮ ਦੇ ਵਿੱਚ, ਸਾਡੇ ਪੰਜਾਬੀਆਂ ਦੇ ਵਿੱਚ ਅਵੇਅਰਨੈਸ ਨਾਂ ਦੀ ਇੱਕ ਚੀਜ਼ ਉਹਦੀ ਬਹੁਤ ਕਮੀ ਆ। ਜੇ ਅਵੇਅਰਨੈਸ ਆ ਜਾਵੇ, ਮੈਂ ਸ਼ਰਤ ਨਾਲ ਕਹਿਣਾ ਬਾਦਲ ਪਰਿਵਾਰ ਜਾਂ ਬਾਦਲ ਪਰਿਵਾਰ ਦੇ ਨਾਲ ਕੋਈ ਸੰਬੰਧਿਤ ਬੰਦਾ ਵੀ ਸੜਕ ਤੇ ਨਹੀਂ ਆ ਸਕਦਾ। ਉਹਦਾ ਕਾਰਨ ਸੁਣ ਲਓ ਜੀ। ਬਾਦਲ ਪਰਿਵਾਰ ਦੀ ਅੱਜ 700 ਬੱਸ ਦੇ ਆਸ-ਪਾਸ ਬੱਸ ਆ। ਇੱਕ ਦਿਨ ਦਾ ਵੋਲਵੋ ਬੱਸ ਦਾ 5200 ਰੁਪਇਆ ਟੈਕਸ ਬਣਦਾ ਸਰਕਾਰ ਨੂੰ ਦੇਣਾ। ਫਿਗਰਾਂ 700 ਦੇ ਨਾਲ 5200 ਦੀ ਕੈਲਕੂਲੇਸ਼ਨ ਕਰ ਲਓ, ਰੋਜ਼ ਦਾ ਕਿੰਨਾ ਟੈਕਸ ਆਏ। ਜੇ ਇਹ ਕੱਲਾ ਟੈਕਸ ਹੀ ਪੰਜਾਬ ਨੂੰ ਦੇ ਦੇਣਾ, ਸਾਲ ਤੋਂ ਪਹਿਲਾਂ ਸਾਰਾ ਪੰਜਾਬ ਕਰਜ਼ਾ ਮੁਕਤ ਹੋ ਜਾਊਗਾ। ਤੇ ਸੰਧੂ ਸਾਹਿਬ ਕਿਹੜੇ ਕਿਰਤ ਦੀ ਮਹਾਰਾਜ ਗੱਲ ਕਰਦੇ ਫਿਰਦੇ ਆ ਇੱਕ ਸੋ ਕੋਲਡ ਅਕਾਲੀ ਜੀ? ਬਿਲਕੁਲ ਸੰਧੂ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਟੈਕਸ ਜਿਹੜਾ ਆ ਉਹ ਦੇ ਦੇਣ, ਫਿਰ ਇਹਦਾ ਮਤਲਬ ਇਹ ਆ ਕਿ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਨਾਲ ਵੀ ਕੋਈ ਮਿਲੀ ਭੁਗਤ ਜਿਹੜੀ ਹੈ ਇਹਨਾਂ ਦੀ ਹੈਗੀ ਆ, ਜਿਹੜੀ ਟੈਕਸ ਹੀ ਨਹੀਂ ਪੇ ਹੁੰਦਾ। ਬਿਲਕੁਲ ਜੀ। ਸੁਣੋ, ਜਦੋਂ ਇਹ ਆਉਂਦੇ ਨੇ ਉਹਨਾਂ ਨੂੰ ਮਾਫ ਕਰ ਦਿੰਦੇ ਨੇ, ਉਹ ਆਉਂਦੇ ਆ ਤੇ ਇਹਨਾਂ ਨੂੰ ਮਾਫ ਕਰ ਦਿੰਦੇ ਆ। ਇਹ ਬੜੀ ਗਲਤ ਗੱਲ ਆ। ਇਸੇ ਤਰੀਕੇ ਦੇ ਨਾਲ ਇਹ ਕੌਮ ਨੂੰ, ਇਹ ਵੋਟਰਾਂ ਨੂੰ ਪੁੱਛਣਾ ਪਊਗਾ ਕਿ ਸਾਡੇ ਪੈਸੇ ਦਾ ਦੱਸੋ ਜੀ ਇਸਤੇਮਾਲ ਕਿੱਥੇ ਕਰ ਰਹੇ ਹੋ। ਬਿਲਕੁਲ। ਮੈਂ ਵੋਟਾਂ ਨੂੰ, ਲੋਕਾਂ ਨੂੰ ਵੀ ਕਹਿਣਾ ਕਿ ਜਦੋਂ ਲੀਡਰ ਤੁਹਾਡੇ ਕੋਲ ਆਉਣ ਤੇ ਫਲਾਣਾ ਸਿੰਘ ਜਿੰਦਾਬਾਦ, ਧਮਕਾਣਾ ਸਿੰਘ ਜਿੰਦਾਬਾਦ ਨਾ ਕਿਹਾ ਕਰੋ। ਜਿੰਦਾਬਾਦ ਕਹਿਣਾ ਤੇ ਆਪਣੇ ਆਪ ਨੂੰ ਕਹੋ, ਕਿਉਂਕਿ ਤੁਹਾਡੀ ਵੋਟ ਦੇ ਨਾਲ ਉਹ ਅੱਜ ਸਟੇਜ ਤੇ ਖਲੋਤਾ। ਜੇ ਤੁਸੀਂ ਵੋਟ ਨਾ ਪਾਓ ਤੇ ਉਹਨੂੰ ਕੋਈ ਸਟੇਜ ਦੇ ਲਾਗੇ ਨਾ ਖਲੋਣ ਦੇਵੇ। ਇਹ ਗੱਲ ਤੁਹਾਡੀ ਜਿਹੜੀ ਬਿਲਕੁਲ ਦਰੁਸਤ ਆ। ਇਹਨਾਂ ਦਿਨਾਂ ਦੇ ਵਿੱਚ ਵੀ ਲਾਕਡਾਊਨ ਚੱਲ ਰਿਹਾ, ਲੋਕਾਂ ਨੇ ਵੇਖ ਹੀ ਲਿਆ ਕਿ ਕੌਣ ਕਿੰਨਾ ਕਿਸੇ ਦਾ ਸੋਚਦਾ ਆ। ਸਰਕਾਰ ਨੇ ਵੀ ਵੇਖ ਲਓ ਕਿਵੇਂ ਬਾਂਹ ਫੜੀ ਆ, ਕੁਛ ਨਹੀਂ ਕੀਤਾ ਗਿਆ ਕਿਸੇ ਵਾਸਤੇ। ਲੋਕ ਜਿਹੜੇ ਤਰਾਹ ਕਰ ਰਹੇ ਆ। ਇਹਦੇ ਨਾਲ ਸੰਧੂ ਸਾਹਿਬ ਸਮੇਤ ਸੈਣੀ ਵਾਲੇ ਮਾਮਲੇ ਦੇ ਉੱਤੇ ਵੀ ਮੈਂ ਸਮਝਦਾ ਹਾਂ ਕਿ ਮੌਜੂਦਾ ਸਰਕਾਰ ਤੇ ਜਿਨ੍ਹਾਂ ਦਾ ਇਸ ਮਾਮਲੇ ਦੇ ਵਿੱਚ ਪਿੱਛੇ ਸਿਆਸੀ ਤੌਰ ਤੇ ਸ਼ਹਿ ਵੀ ਰਹੀ ਆ, ਉਹਨਾਂ ਨੇ ਵੀ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ। ਤੇ ਨਾਲ ਦੀ ਨਾਲ ਗੱਲ ਕਰਾਂ ਇਸ ਮਾਮਲੇ ਦੇ ਵਿੱਚ, ਲਾਸਟ ਸਵਾਲ ਆ, ਤੁਹਾਨੂੰ ਸਮਾਂ ਆਪਣਾ ਲਗਭਗ ਸਮਾਪਤ ਆ, ਕਿ ਜਿਹੜਾ ਵਕੀਲ ਸਤਨਾਮ ਸਿੰਘ ਕਲੇਰ ਸੀਗਾ ਇਸ ਮਾਮਲੇ 'ਚ, ਸੋਸ਼ਲ ਮੀਡੀਆ ਦੇ ਉੱਤੇ ਲਾਹਨਤਾਂ ਪਈਆਂ ਤਾਂ ਉਹਨੇ ਵੀ ਜਿਹੜਾ ਮਾਫੀ ਮੰਗ ਕੇ ਕੇਸ ਤੋਂ ਪੱਲਾ ਛਡਾ ਲਿਆ। ਪਰ ਕੋਈ ਵਕੀਲ, ਮੈਂ ਪਹਿਲਾਂ ਵੀ ਜਿਹੜੇ ਇੰਟਰਵਿਊ ਕੀਤੇ ਉਹ 'ਚ ਇਹ ਸਵਾਲ ਕੀਤਾ ਕਿ ਇੰਨਾ ਅਨਪੜ੍ਹ ਤਾਂ ਨਹੀਂ ਹੋ ਸਕਦਾ ਕਿ ਉਹਨੂੰ ਪਤਾ ਹੀ ਕੁਛ ਨਾ ਹੋਵੇ ਕਿ ਮੈਂ ਕਿਹੜਾ ਕੇਸ ਲੜ ਰਿਹਾ, ਕਿਹੜਾ ਵਿਅਕਤੀ ਸੀਗਾ ਜਿਹਨੂੰ ਮਾਰਿਆ ਗਿਆ ਤੇ ਕਿਵੇਂ ਦੀ ਇਹ ਕੇਸ ਦੀ ਜਿਹੜੀ ਬੈਕਗਰਾਊਂਡ ਆ ਜਾਂ ਕੀ ਕੁਛ ਹੋਇਆ ਆ। ਇਹ ਤਾਂ ਹੁਣ ਇਹ ਹੈ ਕਿ ਇੱਕ ਕੇਸ ਪਤਾ ਲੱਗ ਗਿਆ, ਬਾਕੀ ਤਾਂ ਤੁਸੀਂ ਜਿਵੇਂ ਦੱਸਿਆ ਕਿ ਬੀਬੀ ਜਗੀਰ ਕੌਰ ਤੇ ਹੋਰ ਵੀ ਜਿਹੜੇ ਕੇਸ ਆ, ਸੁੱਚਾ ਸਿੰਘ ਲੰਗਾਹ ਵਾਲਾ ਕੇਸ, ਉਹ ਵੀ ਸੁੱਚਾ ਸਿੰਘ ਲੰਗਾਹ ਵਾਲਾ ਕੇਸ ਜਿਹੜਾ ਆ ਉਹ ਵੀ ਲੜਿਆ। ਗਿੱਲ ਸਾਹਿਬ, ਜਿਹੜਾ ਤੁਸੀਂ ਸਵਾਲ ਕੀਤਾ ਨਾ ਕਿ ਸਤਨਾਮ ਸਿੰਘ ਕਲੇਰ ਵੱਲੋਂ, ਇਹ ਐਡਵੋਕੇਟ ਆ, ਕੋਈ ਬੰਨਾ ਤੇ ਹੈ ਨਹੀਂ ਕਿ ਇਹਨੂੰ ਪਤਾ ਕੁਛ ਨਹੀਂ। ਅਗਲੀ ਗੱਲ ਕਿਤੇ ਤੁਸੀਂ ਕੌਮ ਕੋ ਮਾਫੀ ਦੀ, ਜੇ ਆਪਾਂ ਮਾਫੀ ਤੋਂ ਪਹਿਲਾਂ ਜੇ ਆਪਾਂ ਲਾਹਨਤਾਂ ਦੀ ਗੱਲ ਕਰ ਲਈਏ, ਲਾਹਨਤ ਤੇ ਲੋਕ ਸਵੇਰੇ ਉੱਠਦਿਆਂ ਸਾਰੀ ਬਾਦਲ ਨੂੰ ਪਾਉਂਦੇ ਆ, ਪਰ ਉਹ ਅੱਜ ਵੀ ਕਹਿੰਦਾ ਕਿ ਜੇ 2022 ਦੇ ਵਿੱਚ ਚੀਫ ਮਿਨਿਸਟਰ ਹੋਊਗਾ ਤੇ ਚਿਹਰਾ ਮੇਰਾ ਹੋਊਗਾ। ਇਹਨਾਂ ਨੂੰ ਲਾਹਨਤਾਂ ਨਾਲ ਕੋਈ ਅਸਰ ਨਹੀਂ। ਦੂਸਰੀ ਬੇਨਤੀ, ਜੇ ਮਾਫੀ ਦੀ ਗੱਲ ਕਰੋ ਤੇ ਅੱਜ ਸੁੱਚਾ ਸਿੰਘ ਲੰਗਾਹ ਦੀ ਵੀ ਮਾਫੀ ਹੋਣੀ ਸ਼ੁਰੂ ਹੋ ਗਈ, ਕਿ ਉਹ ਗੱਲਾਂ ਚੱਲਣੀਆਂ ਸ਼ੁਰੂ ਹੋ ਗਈਆਂ ਕਿ ਉਹਨਾਂ ਨੂੰ ਮਾਫੀ ਦਿੱਤੀ ਜਾਊਗੀ। ਬਾਦਲ ਪਰਿਵਾਰ ਨੇ ਕਿਹੜੇ ਮਾਮਲੇ ਦੇ ਵਿੱਚ ਆ ਕੇ ਜੋੜਿਆਂ ਦੀ ਸੇਵਾ ਕਰਕੇ ਤੇ ਆਪਣੀ ਭੁੱਲ ਬਖਸ਼ਾਈ ਦੱਸੇ ਕੌਮ ਨੂੰ? ਜੀ ਬਿਲਕੁਲ ਠੀਕ ਹੈ ਜੀ। ਉਦਾਂ ਹੀ ਜਿੱਦਾਂ ਉਹਨੂੰ ਮਾਫੀ ਦਿੱਤੀ ਗਈ ਅੰਦਰ ਖਾਤੇ ਹੀ ਮਾਫੀ, ਉਦਾਂ ਹੀ ਇਹਨੂੰ ਅੰਦਰ ਖਾਤੇ ਮਾਫੀ। ਕਦੋਂ ਕਿੰਨੇ ਦੇ ਦੇਣੀ ਪਤਾ ਨਹੀਂ ਲੱਗਣਾ। ਮੈਂ ਇੱਕ ਬੇਨਤੀ ਕਰਦਾ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਹੱਥ ਜੋੜ ਕੇ ਬੇਨਤੀ ਆ, ਤੁਸੀਂ ਕੌਮ ਦੇ ਜਥੇਦਾਰ ਹੋ, ਇਸ ਪਰਿਵਾਰ ਦੇ ਜਥੇਦਾਰ ਨਹੀਂ ਹੋ। ਤੁਸੀਂ ਬੜੀ ਉੱਚੀ ਸੁੱਚੀ ਜਿਹੜੀ ਸੀਟ ਆ ਉਹਦੇ ਉੱਤੇ ਬੈਠੇ ਹੋ। ਹੱਥ ਜੋੜ ਕੇ ਬੇਨਤੀ ਆ, ਇਸ ਸੀਟ ਦੀ ਦੁਰਵਰਤੋਂ ਨਾ ਕਰੋ। ਹੱਥ ਜੋੜ ਕੇ ਬੇਨਤੀ ਆ ਜੀ। ਸੋ ਅਗਲੀ ਗੱਲ ਮੈਂ ਬੇਨਤੀ ਕਰਕੇ ਲਾਸਟ ਕਰਕੇ ਗੱਲ ਤੇ ਮੈਂ ਸਮਾਪਤੀ ਕਰਨੀ ਚਾਹੁੰਦਾ। ਮੇਰਾ ਹੀ ਇੱਕ ਸਲਾਹ ਇਸ ਬਾਦਲ ਪਰਿਵਾਰ ਨੂੰ, ਇੱਥੇ ਅਬਦਾਲੀ ਵਰਗੇ ਨਹੀਂ ਰਹੇ, ਇੱਥੇ ਜ਼ਕਰੀਆ ਖਾਨ ਵਰਗੇ ਨਹੀਂ ਰਹੇ। ਉਦੋਂ ਦੇ ਜ਼ਮਾਨੇ ਦੇ ਵਿੱਚ ਲੋਕ ਉਹਨਾਂ ਨੂੰ ਵੀ ਝੁੱਕ ਸਲਾਮਾਂ ਕਰਦੇ ਸੀ, ਤੇ ਅੱਜ ਜਿਹੜਾ ਜ਼ਕਰੀਆ ਖਾਨ ਜਾਂ ਅਬਦਾਲੀ ਦਾ ਨਾਂ ਲੈਂਦਾ ਤੇ ਉਹਦੇ ਨਾਲ ਸੰਬੰਧਿਤ ਬੰਦਾ ਹੁੰਦਾ ਏ, ਉਹਨੂੰ ਕੋਈ ਦਿਹਾੜੀ ਤੇ ਰੱਖ ਕੇ ਨਹੀਂ, ਮਤਲਬ ਕਿ ਐਗਰੀ, ਉਹਦੇ ਨਾਲ ਸਹਿਮਤ।
ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੰਦਾ ਬਾਦਲ ਦਾ ਨਾਂ ਲਊਗਾ ਨਾ ਉਹਨੂੰ ਕੋਈ ਲੋਕ ਦਿਹਾੜੀ ਤੇ ਨਹੀਂ ਰੱਖਣਗੇ, ਜੋ ਇਹਨੇ ਸਾਡੇ ਸਿੱਖ ਕੌਮ ਦਾ ਇਤਿਹਾਸ ਕਰ ਦਿੱਤਾ ਇਸ ਬਾਦਲ ਪਰਿਵਾਰ ਨੇ। ਬਿਲਕੁਲ। ਸੋ ਬਿਲਕੁਲ ਸੰਧੂ ਸਾਹਿਬ, ਸਮੁੱਚੀ ਜਾਣਕਾਰੀ ਜਿਹੜੀ ਅਸੀਂ ਕਈ ਪੱਖਾਂ ਤੋਂ ਇਹ ਜਿਹੜਾ ਮਸਲਾ ਹੈ ਉਹ ਲੈ ਕੇ ਚੱਲੇ ਸੀਗੇ। ਕਈ ਕੁਝ ਜਿਹੜੀਆਂ ਚੀਜ਼ਾਂ ਹੋਰ ਵੀ ਵਿੱਚੋਂ ਕਈ ਨਾ ਗੱਲ ਦੇ ਵਿੱਚੋਂ ਗੱਲ ਜਿਹੜੀ ਆ ਉਹ ਨਿਕਲ ਆਉਂਦੀ ਆ। ਉਸ ਤਰੀਕੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਤੇ ਵਾਕਿਆ ਹੀ ਇਹ ਗੱਲ ਜਿਹੜੀ ਦਰੁਸਤ ਆ ਕਿ ਬਹੁਤ ਸਿੱਖ ਕੌਮ ਜਿਹੜੀ ਇਸ ਨੁਕਸਾਨ ਵੀ ਹੋਇਆ, ਠੱਗੇ ਹੋਏ ਮਹਿਸੂਸ ਵੀ ਕਰ ਰਹੇ ਆ। ਇਸ ਵੇਲੇ ਪੰਜਾਬ ਦੇ ਪੱਲੇ ਜਿਹੜਾ ਆ ਕੁਛ ਨਹੀਂ ਗਾ, ਬੇਰੁਜ਼ਗਾਰੀ ਆ, ਸਾਡਾ ਪਾਣੀ ਜਿਹੜਾ ਆ ਉਹ ਵੀ ਹੋਰ ਸੂਬਿਆਂ ਨੂੰ ਦਿੱਤਾ ਜਾ ਰਿਹਾ ਆ। ਇਸ ਤਰੀਕੇ ਦੇ ਬਹੁਤ ਸਾਰੇ ਮਸਲੇ ਜਿਨ੍ਹਾਂ ਦੇ ਵਿੱਚ ਗੱਲ ਕਰਨੀ ਚਾਹੀਏ ਤਾਂ ਬੜਾ ਲੰਮਾ ਸਮਾਂ ਜਿਹੜਾ ਆ ਉਹ ਲੱਗ ਜਾਏਗਾ। ਸੋ ਇਹ ਸਾਨੂੰ ਸੋਚਣ ਦੀ ਜ਼ਰੂਰਤ ਆ, ਸਵੈ ਪੜਚੋਲ ਦੀ ਵੀ ਜ਼ਰੂਰਤ ਆ ਸਾਨੂੰ ਕਿ ਅਸੀਂ ਅੱਗੇ ਕਿਵੇਂ ਦੇ ਲੋਕਾਂ ਨੂੰ ਲੈ ਕੇ ਆਉਣਾ ਆ। ਹੁਣ ਤੁਸੀਂ ਲੋਕਡਾਊਨ ਦੇ ਵਿੱਚ ਵੀ ਸਾਰਾ ਕੁਝ ਇੱਕ ਬੇਨਤੀ ਜੀ ਨਹੀਂ ਜੀ ਗੁਸਤਾਖੀ ਮੈਂ ਤੁਹਾਡੀ ਗੱਲ ਕੱਟ ਰਿਹਾ। ਜਿਹੜੇ ਬਾਦਲ ਦੇ ਬੰਦੇ, ਬਾਦਲ ਸਾਹਿਬ ਜਿੰਦਾਬਾਦ ਜਾਂ ਮਜੀਠੀਆ ਸਾਹਿਬ ਜਿੰਦਾਬਾਦ, ਜਾਂ ਜਿਹੜੇ ਜਿਸ ਦਿਨ ਲੰਗਾਹ ਜਿੱਤ ਕੇ ਆਇਆ ਸੀ ਸਾਡੀ ਕੌਮ ਦੀ ਇਹਨਾਂ ਨੇ ਹਾਲਤ ਇਹ ਕਰਤੀ, ਕਹਿੰਦੇ ਸੀਗੇ ਲੰਗਾਹ ਨੂੰ ਕਹਿੰਦੇ ਸੀ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਕਿਹੜੀ ਸੋਚ ਤੇ ਪਹਿਰਾ ਦੋਗੇ ਠੋਕ ਕੇ? ਸਾਰੇ ਬਜ਼ੁਰਗ। ਅਗਲੀ ਬੇਨਤੀ ਮੈਂ ਸਾਰੇ ਉਹ ਨੁਮਾਇੰਦਿਆਂ ਨੂੰ ਕਰਨਾ ਚਾਹੁੰਦਾ ਜਿਹੜੇ ਝੂਠੇ ਬਾਦਲ ਨੂੰ ਡਿਫੈਂਡ ਕਰਦੇ ਨੇ, ਕਿ ਮੇਰੀ ਹੱਥ ਜੋੜ ਕੇ ਉਹ ਸਾਰਿਆਂ ਨੂੰ ਬੇਨਤੀ ਆ ਕਿ ਤੁਹਾਡੇ ਦਿਮਾਗ ਦੇ ਵਿੱਚ ਤੇ ਪ੍ਰਕਾਸ਼ ਸਿੰਘ ਬਾਦਲ ਆ, ਬਟ ਦਿਲ ਤੁਹਾਡੇ ਪੰਥ ਹੋਣਾ ਚਾਹੀਦਾ। ਮੇਰੀ ਹੱਥ ਜੋੜ ਕੇ ਬੇਨਤੀ ਆ, ਤੁਹਾਨੂੰ ਬਾਦਲ ਨੇ ਕੁਛ ਨਹੀਂ ਦਿੱਤਾ, ਤੁਹਾਨੂੰ ਸਿੱਖ ਕੌਮ ਦੇ ਲੋਕਾਂ ਨੇ ਚੁੱਕ ਕੇ ਸਿਰ ਤੇ ਪਾਇਆ, ਤੁਹਾਨੂੰ ਗੁਰੂ ਨੇ ਦਿੱਤਾ। ਆਪਣੀ ਗੁਰੂ ਦੀ ਸੁਣੋ, ਬਾਦਲ ਨੇ ਬੇੜਾਗਰ ਕਰਤਾ, ਬਾਦਲ ਦੀ ਨਾ ਸੁਣੋ। ਇਹਨਾਂ ਸ਼ਬਦਾਂ ਦੇ ਨਾਲ ਦਿਓ ਜੀ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਇਹ ਗੱਲ ਜਿਹੜੀ ਤੁਹਾਡੀ ਉਹ ਦਰੁਸਤ ਹੈ। ਵਾਕਿਆ ਹੀ ਇਹ ਸਨ ਹਰਜੋਤ ਸਿੰਘ ਸੰਧੂ ਜਿਨ੍ਹਾਂ ਨੇ ਸਮੁੱਚੀ ਗੱਲਬਾਤ ਜਿਹੜੀ ਆ ਉਹ ਕੀਤੀ ਆ ਤੇ ਆਪਣੇ ਦਿਲ ਦੇ ਵਿੱਚ ਜਿਹੜੀ ਉਹਨਾਂ ਦੇ ਗੱਲ ਸੀਗੀ ਉਹ ਵੀ ਜਿਹੜੀ ਆ ਉਹ ਸੰਗਤਾਂ ਦੇ ਸਾਹਮਣੇ ਰੱਖੀ ਆ। ਸੋ ਅਸੀਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਨੀ ਚਾਹਾਂਗੇ, ਖਾਸ ਤੌਰ ਦੇ ਉੱਤੇ ਜਿਹੜੇ NRI ਭੈਣ ਭਰਾ ਬਾਹਰ ਵਿਦੇਸ਼ਾਂ ਦੇ ਵਿੱਚ ਵਸਦੇ ਆ, ਕਿ ਤੁਸੀਂ ਵੀ ਆਪਣੇ ਭੈਣਾਂ ਭਰਾਵਾਂ ਨੂੰ ਕਹੋ ਕਿ ਇੱਥੇ ਅਸੀਂ ਇਸ ਤਰੀਕੇ ਦੀ ਸਰਕਾਰ, ਇਸ ਤਰੀਕੇ ਦਾ ਢਾਂਚਾ ਜਿਹੜਾ ਉਹ ਖੜਾ ਕਰੀਏ ਜਿਹਦੇ ਨਾਲ ਜਿਹੜੀ ਬੇਰੁਜ਼ਗਾਰੀ ਉਹਨੂੰ ਵੀ ਖਤਮ ਕੀਤਾ ਜਾਵੇ ਤੇ ਪੰਜਾਬ ਜਿਹੜਾ ਆ ਉਸ ਨੂੰ ਇੱਕ ਵਾਰ ਫੇਰ ਤੰਦਰੁਸਤ ਜਿਹੜਾ ਆ ਉਹ ਬਣਾਇਆ ਜਾਵੇ ਤੇ ਸਾਰਾ ਕੁਝ ਜਿਹੜਾ ਆ ਉਹ ਠੀਕ ਤਰੀਕੇ ਦੇ ਨਾਲ ਚੱਲੇ। ਸੋ ਆਸ ਕਰਦੇ ਹਾਂ ਪ੍ਰੋਗਰਾਮ ਜਿਹੜਾ ਤੁਹਾਨੂੰ ਪਸੰਦ ਆਇਆ ਹੋਵੇਗਾ। ਇੱਥੇ ਹੀ ਬੁਲਾਉਂਦੇ ਹਾਂ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।